वापस पढ़तीए इतिहास पढ़ के वेख लियो तुसीं इतिहास पढ़न लग गए तुहाडीआं गल्लां दे अंदर वजन आ जाएगा और तुसीं पढ़ना है और तुहाडीआं गल्लां नूं लोकां ने सरवण करना है और सरवण करके और लोकां ने कहना वाकई इस बंदे अंदर कोई गल है। ਜਦੋਂ ਅਸੀਂ ਇਤਿਹਾਸ ਤੋਂ ਜਾਣੂ ਹੋ ਜਾਵਾਂਗੇ ਔਰ ਇਸੇ ਏਜੰਡੇ ਨੂੰ ਲੈ ਕੇ ਤੁਰਨੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਕੰਵਰਚਰਨ ਸਿੰਘ ਜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਹ ਪ੍ਰਧਾਨ ਨੇ ਔਰ ਵੱਡੇ ਜਿਹੜੇ ਕਾਰਜਸ਼ੈਲੀ ਨੂੰ ਲੈ ਕੇ ਤੁਰੇ ਨੇ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰਨਾ ਹੈ ਉਹਨਾਂ ਦਾ ਸਾਥ ਦੇਣਾ ਹੈ। ਪਹੁੰਚਣ ਤੇ ਜਿਉਂ ਆਇਆ ਧੰਨਵਾਦ ਜਿੰਨੇ ਵੀ ਉਹਨਾਂ ਦੇ ਨਾਲ ਗਾਹੇ ਬਗਾਹੇ ਤੋਂ ਸ਼ਖਸੀਅਤਾਂ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਨੇ ਉਹਨਾਂ ਦਾ ਵੀ ਜਿਉਂ ਆਇਆ ਕਹਿੰਦੇ ਔਰ ਉਹਨਾਂ ਦੇ ਨਾਲ ਆਏ ਬੁਲਾਰੇ ਸਾਡੇ ਬਹੁਤ ਹੀ ਸਤਿਕਾਰਯੋਗ भाई साहब भाई जगबीर सिंह जी आप सत्कारयोग सिख संगत के इतिहासक विचारों की सांझ पाउणगे फैडरेशन तो जाणू करवाउणगे आओ कुछ समय वास्ते उन्होंने सरवण करते हैं। वाहिगुरू जी का खालसा वाहिगुरू जी की सौ मूर्खां दी सौ झिड़क नालों एक सियाणे उस्ताद दी तड़ी चंगी कुछ किस्सियां ते गंदे गीतां नालों सुन लैनी इतिहास दी लड़ी चंगी 100 साल उदासी दे जीउण नालों सत संगत दी इक्को ही घड़ी चंगी। ਇਹ ਘੜੀਆਂ ਬਹੁਤ ਹੀ ਵਡਭਾਗੀਆਂ ਨੇ। ਮੇਰੇ ਸਤਿਕਾਰਯੋਗ ਵੀਰ ਤੁਸੀਂ ਸਾਰੇ ਅੱਜ ਇਕੱਠੇ ਹੋਏ ਹੋ ਔਰ ਇਕੱਠੇ ਹੋਣ ਦਾ ਜਿਹੜਾ ਕਾਰਨ ਹੈ ਉਹ ਬੜਾ ਸੁਚੱਜਾ ਹੈ। ਇਹ ਕੌਮ ਦੇ ਹਿੱਤਾਂ ਵਾਸਤੇ ਅਸੀਂ ਅੱਜ ਇਕੱਠੇ ਹੋਏ ਹਾਂ। ਸਾਡਾ ਵੱਡਾ ਵੀਰ ਸਰਦਾਰ ਬਲਜਿੰਦਰ ਸਿੰਘ ਕੌਮ ਦੇ ਮਹਾਨ ਕਵੀਸ਼ਰ ਨੇ ਔਰ ਉਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਮਹਾਨ ਕਵੀਸ਼ਰ ਨੇ ਸਾਡੀ ਕੌਮ ਦੇ, ਉਹਨਾਂ ਦੇ ਗ੍ਰਹਿ ਵਿਖੇ ਆਪਾਂ ਇਕੱਠੇ ਹੋਏ ਹਾਂ। ਸੋ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਨਾ ਹੈ ਕਿ ਜਿਹੜਾ 11 ਤਰੀਕ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪੁਨਰ ਸੁਰਜੀਤੀ ਇਜਲਾਸ ਭਾਈ ਗੁਰਦਾਸ ਹਾਲ ਜੀ ਵਿਖੇ ਹੋਇਆ ਹੈ ਨਾ, ਉੱਥੇ ਇਹਨਾਂ ਨੇ ਬੜੇ ਆਪਣੇ ਸੁਚੱਜੇ ਸਿੰਘ ਲੈ ਕੇ ਆਏ ਨਾਲ ਔਰ ਇਹਨਾਂ ਦਾ ਬੜਾ ਹੱਥ ਹੈ ਉਸ ਇਜਲਾਸ ਵਿੱਚ। ਸਾਡੇ ਭਾਈ ਸਾਹਿਬ ਬੈਠੇ ਨੇ ਉਹ ਇਹ ਸਾਰੇ ਹੀ ਆਏ ਸਨ ਵੱਧ ਚੜ ਕੇ ਔਰ ਉਸ ਦਿਨ ਬਾਰਿਸ਼ ਬੜੀ ਤੇਜ਼ ਸੀ ਔਰ ਤਾਂ ਵੀ ਉੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠੇ ਸਬੂਤ ਦਿੱਤਾ ਤੁਸੀਂ ਸਾਰਿਆਂ ਨੇ ਕਿ ਤੁਸੀਂ ਫੈਡਰੇਸ਼ਨ ਦੇ ਨਾਲ ਹੋ, ਕੌਮ ਦੇ ਹਿੱਤਾਂ ਦੀ ਜਿਹੜੀ ਜੰਗ ਹੈ ਸਾਡੀ ਉਹਦੇ ਨਾਲ ਹੋ ਤੁਸੀਂ ਸਾਰੇ। ਔਰ ਇਹ ਫੈਡਰੇਸ਼ਨ ਜਿਵੇਂ ਕਹਿੰਦੇ ਆ ਨਾ ਸੰਤ ਔਰ ਸਿਪਾਹੀ, ਪਹਿਲਾਂ ਸੰਤ ਬਣਨਾ ਪੈਂਦਾ ਫਿਰ ਸਿਪਾਹੀ ਬਣਦਾ, ਫਿਰ ਕੁਰਬਾਨੀ ਹੁੰਦੀ ਹੈ। ਪਹਿਲਾਂ ਸਾਨੂੰ ਭਗਤੀ ਕਰਨੀ ਪੈਂਦੀ ਹੈ। ਭਗਤੀ ਕੀਤੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਭਗਤੀ ਕੀਤੀ ਔਰ ਫਿਰ ਕੁਰਬਾਨੀਆਂ ਹੋਈਆਂ ਨੇ। ਇੱਕ ਵਾਰ ਕਥਾ ਹੀ ਸੁਣਦੇ ਹਾਂ ਅਸੀਂ, ਉਹਨਾਂ ਦੇ ਦਰਸ਼ਨ ਤਾਂ ਨਹੀਂ ਕੀਤੇ, ਉਮਰ ਛੋਟੀ ਹੈ ਔਰ ਕਥਾ ਵਿਚਾਰਾਂ ਸੁਣਦੇ ਆ ਇੱਕ ਬਚਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸੁਣਿਆ ਕਿ ਨਗਰ ਕੀਰਤਨ ਚੱਲ ਰਿਹਾ ਸੀ ਔਰ ਸੰਤ ਜੀ ਪੜਾਅ ਦਰ ਪੜਾਅ ਨਗਰ ਕੀਰਤਨ ਦੇ ਨਾਲ ਜਾਂਦੇ ਔਰ ਪ੍ਰਬੰਧ ਵੀ ਕਰਦੇ ਸਨ ਔਰ ਇੱਕ ਪੜਾਅ ਤੋਂ ਕਹਿੰਦੇ ਨੇ ਨਗਰ ਕੀਰਤਨ ਤੋਂ ਪਿੱਛੇ ਰਹਿ ਗਏ ਔਰ ਇੱਕ ਸਿੰਘ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਸਿੰਘਾ ਮੈਨੂੰ ਅਗਲੇ ਪੜਾਅ ਤੱਕ ਪਹੁੰਚਾ ਦਿਓ। ਸਾਈਕਲ ਤੇ ਸੀ ਸਿੰਘ ਔਰ ਸਿੰਘ ਕਹਿਣ ਲੱਗਾ ਕਿ ਗੁਰਮੁਖਾ ਮੈਂ ਅੱਗੇ ਜਾ ਕੇ ਸੰਤ ਜੀ ਦੇ ਦਰਸ਼ਨ ਕਰਨੇ ਆ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਦਰਸ਼ਨ ਕਰਨੇ। ਮੇਰੇ ਕਹਿਣ ਤੋਂ ਭਾਵ ਕਿ ਉਹਨੇ ਪਛਾਣਿਆ ਹੀ ਨਹੀਂ ਸੰਤ ਜੀ ਦੀ ਸਾਦਗੀ ਤੋਂ ਕਿ ਇਹ ਸੰਤ ਨੇ। ਔਰ ਸੰਤ ਜੀ ਨੇ ਬੜੇ ਹੀ ਨਿਮਰਤਾ ਵਿੱਚ ਕਿਹਾ ਕਿ ਗੁਰਮੁਖਾ ਤੂੰ ਇਤਨਾ ਕਰ, ਸਾਈਕਲ ਮੈਂ ਚਲਾ ਲੈਂਦਾ, ਤੂੰ ਪਿੱਛੇ ਬੈਠ। ਔਰ ਵੇਖੋ ਸੰਤ ਜੀ ਦੀ ਨਿਮਰਤਾ, ਆਪ ਸਾਈਕਲ ਚਲਾ ਕੇ ਉਹ ਗੁਰਮੁਖ ਨੂੰ ਪਿੱਛੇ ਬਿਠਾ ਕੇ ਗਏ ਅਗਲੇ ਪੜਾਅ ਤੇ ਨਗਰ ਕੀਰਤਨ 'ਚ। ਜਦੋਂ ਨਗਰ ਕੀਰਤਨ 'ਚ ਪਹੁੰਚੇ ਨਾ ਤੇ ਉੱਥੇ ਅਨਾਉਂਸ ਕੀਤਾ ਗਿਆ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਉਹ ਸਾਰੀ ਸੰਗਤ ਨੂੰ ਸੰਬੋਧਨ ਹੋਣਗੇ। ਔਰ ਜਦੋਂ ਸੰਤ ਜੀ ਸਟੇਜ ਤੇ ਗਏ ਤੇ ਕਹਿੰਦੇ ਨੇ ਉਹ ਸਿੱਖ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਕਿ ਸੰਤ ਜੀ ਕੋਲੋਂ ਮੈਂ ਸਾਈਕਲ ਚਲਵਾ ਕੇ ਪਿੱਛੇ ਬੈਠ ਗਿਆ। ਐਸੀ ਨਿਮਰਤਾ ਸੀ ਸੰਤ ਜੀ ਵਿੱਚ, ਤਾਂ ਉਹ ਸੰਤ ਅਖਵਾਉਂਦੇ ਸਨ। ਉਹਨਾਂ ਭਗਤੀ ਕੀਤੀ ਔਰ ਉਹਨਾਂ ਦੇ ਫਰਜ਼ੰਦ ਸ਼ਹੀਦ ਭਾਈ ਅਮਰੀਕ ਸਿੰਘ ਜੀ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ, ਫੈਡਰੇਸ਼ਨ ਨੂੰ ਉਹਨਾਂ ਨੇ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ। ਇਹ ਇਤਿਹਾਸਿਕ ਸਬੂਤ ਅੱਜ ਸਾਡੇ ਕੋਲ ਮੌਜੂਦ ਨੇ। ਉਸ ਵੇਲੇ ਦੇ ਸਿੰਘ ਵੀ ਮੌਜੂਦ ਨੇ ਜਿਹੜੇ ਆਪਣੇ ਮੁਖ ਚੋਂ ਦੱਸਦੇ ਨੇ ਕਿ ਉਹਨਾਂ ਦੀ ਕਿੰਨੀ ਵੱਡੀ ਕੁਰਬਾਨੀ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਕੁਰਬਾਨੀ ਦੀ ਕੀਤੀ ਔਰ ਵੀਰ ਗਤੀ ਨੂੰ ਪ੍ਰਾਪਤ ਹੋਏ। ਮਰਨਾ ਸਾਰਿਆਂ ਨੇ ਹੈ ਪਰ ਜਿਹੜਾ ਕੌਮ ਦੇ ਹਿੱਤਾਂ ਲਈ ਮਰਦਾ ਹੈ ਸ਼ਹੀਦ ਅਖਵਾਉਂਦਾ ਹੈ ਔਰ ਜਿਤਨੀ ਦੇਰ ਸੂਰਜ ਚੰਦ ਤਾਰੇ ਰਹਿਣਗੇ ਨਾ ਉਦੋਂ ਤੱਕ ਇਹਨਾਂ ਸ਼ਹੀਦਾਂ ਦਾ ਨਾਮ ਰਹੇਗਾ। ਉਹਨਾਂ ਦੇ ਫਰਜ਼ੰਦ ਅੱਗੇ ਸਾਡੇ ਪ੍ਰਧਾਨ ਸਾਹਿਬ
ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਦੇ ਉਸ ਪੁੱਤਰ ਨੇ ਜਿਹੜੇ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਨੇ ਔਰ ਪ੍ਰਧਾਨ ਜੀ ਦੇ ਭਤੀਜੇ ਨੇ। ਔਰ ਅੱਜ ਸਾਡੇ ਨਾਲ ਮੌਜੂਦ ਨੇ ਸਾਡੀ ਫੈਡਰੇਸ਼ਨ ਦੇ ਪ੍ਰਧਾਨ ਨੇ। ਸਾਡਾ ਫਰਜ਼ ਹੈ ਸਾਰਿਆਂ ਦਾ ਕਿ ਉਹਨਾਂ ਦੇ ਨਾਲ ਮੋਢਾ ਜੋੜ ਕੇ ਅਸੀਂ ਸਾਰਿਆਂ ਨੇ ਖੜਨਾ ਹੈ। ਕੌਮ ਦੇ ਹਿੱਤਾਂ ਲਈ ਆਪਾਂ ਜਿਹੜੇ ਮਤੇ 11 ਤਰੀਕ ਨੂੰ ਉੱਥੇ ਸਰਵਣ ਕੀਤੇ ਨਾ ਤੁਸੀਂ ਸਾਰਿਆਂ ਨੇ, ਉਹ ਆਪਾਂ ਪਾਸ ਕਰਵਾਉਣੇ। ਔਰ ਬੜੇ ਹੀ ਆਸਾਨ ਜੇ ਕੰਮ ਨੇ ਸਾਡੇ ਫੈਡਰੇਸ਼ਨ ਦੇ। ਵੇਖੋ ਅੱਜ ਸਾਡੀ ਜਵਾਨੀ ਜਿਹੜੀ ਪਤਿਤ ਹੋ ਰਹੀ ਹੈ ਨਾ, ਉਹਨੂੰ ਅਸੀਂ ਮੁੜ ਤੋਂ ਫੇਰ ਸਿੱਖੀ ਵਿੱਚ ਲਿਆਉਣਾ ਹੈ। ਔਰ ਇਹ ਫੈਡਰੇਸ਼ਨ ਕੈਂਪ ਲਗਾਏਗੀ ਗੁਰਬਾਣੀ ਸੰਥਿਆ ਦੇ, ਸ਼ੁੱਧ ਉਚਾਰਨ ਦੇ, ਔਰ ਸਾਡਾ ਮਾਰਸ਼ਲ ਆਰਟ ਗੱਤਕਾ ਜਿਹੜਾ ਖੁੱਸਦਾ ਜਾ ਰਿਹਾ ਹੈ ਔਰ ਉਹਦੇ ਢੰਗ ਤਰੀਕੇ ਵੀ ਬਦਲਦੇ ਜਾ ਰਹੇ ਨੇ। ਉਹ ਪੁਰਾਤਨ ਢੰਗ ਨਾਲ ਅਸੀਂ ਗੱਤਕਾ ਵੀ ਆਪਣੇ ਜਿਹੜੇ ਨੌਜਵਾਨਾਂ ਨੂੰ ਸਿਖਾਉਣਾ ਹੈ ਤਾਂ ਜੋ ਅਸੀਂ ਆਪਣੀ ਰੱਖਿਆ ਆਪ ਕਰ ਸਕੀਏ। ਔਰ ਸਾਧ ਸੰਗਤ ਜੀ, ਹੁਣ ਆਪ ਜੀ ਦੇ ਨਾਲ ਸਾਡੇ ਪ੍ਰਧਾਨ ਸਾਹਿਬ ਅਤੀ ਸਤਿਕਾਰਯੋਗ ਸਰਦਾਰ ਕਵਰਚੰਦ ਸਿੰਘ ਜੀ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹ ਆਪ ਜੀ ਨੂੰ ਸੰਬੋਧਨ ਹੋਣਗੇ। ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਇੱਥੇ ਇਕੱਠੇ ਹੋਏ ਹੋ ਔਰ 11 ਤਰੀਕ ਨੂੰ ਵੀ ਆਪ ਜੀ ਆਏ ਸਨ। ਆਪ ਜੀ ਦਾ ਧੰਨਵਾਦ। ਆਓ ਬੜੇ ਹੀ ਪਿਆਰ ਦੇ ਨਾਲ ਹੋਈਆਂ ਭੁੱਲਾਂ ਦੀ ਮੁਆਫੀ ਦਿਓ ਜੀ। ਅਗਾਂਹ ਤੋਂ ਆਪ ਸਭ ਨੇ ਅਰਦਾਸ ਕਰਨੀ ਹੈ ਕਿ ਅਸੀਂ ਸਾਰੇ ਸੁਚੱਜੇ ਢੰਗ ਨਾਲ ਸਟੇਜਾਂ ਤੇ ਬੋਲ ਸਕੀਏ। ਔਰ ਫੈਡਰੇਸ਼ਨ ਦੇ ਤੁਸੀਂ ਸਾਰੇ ਹੀ ਆਗੂ ਹੋ, ਆਪਣੀ ਸਾਰਿਆਂ ਦੀ ਫੈਡਰੇਸ਼ਨ ਹੈ। ਆਪਾਂ ਸਾਰੇ ਹੀ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜਾ ਵੀ ਸਾਡਾ ਕਾਰਜ ਲੱਗਦਾ ਹੈ, ਸਾਡੀ ਡਿਊਟੀ ਲੱਗਦੀ ਹੈ, ਉਹ ਅਸੀਂ ਨਿਭਾਉਣੀ ਹੈ। ਜਿਵੇਂ ਇੱਕ ਉਦਾਹਰਨ ਆਉਂਦੀ ਹੈ ਨਾ ਕਿ ਘਰ ਵਿੱਚ ਮਹਿਮਾਨ ਆ ਜਾਵੇ ਤੇ ਕੋਈ ਘਰ ਦਾ ਜੀ ਚਾਹ ਬਣਾਉਂਦਾ ਹੈ, ਕੋਈ ਘਰ ਦਾ ਜਿੱਥੇ ਜਿੱਥੇ ਜਿਹਦੀ ਵੀ ਡਿਊਟੀ ਲੱਗਦੀ ਹੈ ਉੱਥੇ ਉੱਥੇ ਅਸਾਂ ਨਿਭਾਉਣੀ ਹੈ। ਸਾਰਿਆਂ ਦਾ ਹੀ ਧੰਨਵਾਦ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ ਜੀ। ਆਓ ਗੱਜ ਵੱਜ ਕੇ ਇੱਕ ਜਕਾਰੇ ਦੀ ਸਾਂਝ ਪਾਈਏ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜਗਬੀਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸਤਿਕਾਰਯੋਗ ਸਿੱਖ ਸੰਗਤ ਦੇ ਨਾਲ ਫੈਡਰੇਸ਼ਨ ਦੇ ਕਾਰਜਾਂ ਤੋਂ ਜਿਨ੍ਹਾਂ ਨੇ ਤੁਹਾਨੂੰ ਜਾਣੂ ਕਰਵਾਇਆ ਹੈ ਔਰ ਬੜੇ ਸੁਚੱਜੇ ਤਰੀਕੇ ਦੇ ਨਾਲ ਪ੍ਰਧਾਨ ਸਾਹਿਬ ਜੀ ਉਹਨਾਂ ਦੇ ਪਰਿਵਾਰ ਬਾਰੇ ਵੀ ਦੱਸਿਆ ਹੈ ਕਿ ਪ੍ਰਧਾਨ ਸਾਹਿਬ ਜੀ ਹੁਣੇ ਕਿਸ ਪਰਿਵਾਰ ਦੇ ਵਿੱਚੋਂ ਨੇ ਔਰ ਉਸ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਨੇ ਫੈਡਰੇਸ਼ਨ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ। ਅੱਜ ਆਪਣੇ ਵੱਡ ਵਡੇਰਿਆਂ ਦੇ ਕੀਤੇ ਹੋਏ ਕਾਰਜਾਂ ਨੂੰ, ਮਾਰੇ ਹੋਏ ਮਾਰਕਿਆਂ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣ ਵਾਸਤੇ ਉਹਨਾਂ ਨੇ ਤਈਆ ਕੀਤਾ ਹੈ ਔਰ ਫੈਡਰੇਸ਼ਨ ਨੂੰ ਪੂਰਨ ਸੁਰਜੀਤੀ ਦਾ ਇੱਕ ਰੂਪ ਦਿੱਤਾ ਹੈ। ਔਰ ਅਸੀਂ ਸਾਰਿਆਂ ਨੇ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਹੈ। ਵੱਡੀਆਂ ਸੇਵਾਵਾਂ, ਕਿਉਂਕਿ ਇਹ ਜਵਾਨੀ ਦਾ ਕੰਮ ਹੈ, ਜਿਹੜਾ ਨੌਜਵਾਨਾਂ ਨੇ ਕੰਮ ਕਰ ਲੈਣਾ ਹੈ। ਜਿਹੜੀ ਨੌਜਵਾਨੀ ਕਾਰਜ ਕਰ ਸਕਦੀ ਹੈ ਉਹ ਬੁਢਾਪਾ ਕਾਰਜ ਨਹੀਂ ਕਰ ਸਕਦਾ। ਬੁਢਾਪਾ ਸਲਾਹ ਦੇ ਸਕਦਾ ਹੈ। ਔਰ ਉਹਨਾਂ ਦੇ ਵੱਡੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਮਨਜੀਤ ਸਿੰਘ ਜੀ, ਔਰ ਉਹਨਾਂ ਦਾ ਥਾਪੜਾ ਉਹਨਾਂ ਦੀ ਕੰਧ ਦੇ ਉੱਤੇ ਹੈ। ਉਹਨਾਂ ਦਾ ਆਸ਼ੀਰਵਾਦ ਲੈ ਕੇ ਉਹ ਤੁਰੇ ਨੇ। ਆਪਣੇ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਵੀ ਵੱਡਾ ਰੁਤਬਾ ਹੈ, ਧਾਰਮਿਕ ਸ਼ਖਸੀਅਤ ਨੇ ਉਹ, ਔਰ ਗਾਹੇ ਬਗਾਹੇ ਉਹਨਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਹੈ। ਉਹਨਾਂ ਦਾ ਥਾਪੜਾ ਲੈ ਕੇ ਚੱਲੇ ਨੇ, ਉਹਨਾਂ ਦਾ ਆਸ਼ੀਰਵਾਦ ਵੀ ਇਹਨਾਂ ਦੀ ਕੰਧ ਦੇ ਉੱਤੇ ਹੈ। ਔਰ ਧਾਰਮਿਕ ਸ਼ਖਸੀਅਤਾਂ ਸੰਤਾਂ ਮਹਾਂਪੁਰਖਾਂ ਦਾ ਵੀ ਆਸ਼ੀਰਵਾਦ ਇਹਨਾਂ ਦੀ ਕੰਧ ਦੇ ਉੱਤੇ ਹੈ। ਔਰ ਆਪਾਂ ਨੇ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਪ੍ਰਧਾਨ ਸਾਹਿਬ ਜੀ ਹੁਣਾਂ ਦਾ ਸਾਥ ਦੇਣਾ ਹੈ। ਆਓ ਮੈਂ ਬੇਨਤੀ ਕਰਾਂ ਪ੍ਰਧਾਨ ਸਾਹਿਬ ਜੀ ਹੁਣਾਂ ਨੂੰ ਆਪ ਸਤਿਕਾਰਯੋਗ ਸਿੱਖ ਸੰਗਤ ਦੇ ਨਾਲ ਫੈਡਰੇਸ਼ਨ ਦੇ ਕਾਰਜਾਂ ਤੋਂ ਆਪ ਜੀ ਨੂੰ ਜਾਣੂ ਕਰਵਾਉਣ। ਮੈਂ ਚੜ੍ਹਦੀ ਕਲਾ ਦੇ ਨਾਲ ਜੈਕਾਰੇ ਦੀ ਗੂੰਜ ਪਾਵਾਂਗਾ ਔਰ ਪ੍ਰਧਾਨ ਸਾਹਿਬ ਜੀ ਦਾ ਬੜੀ ਚੜ੍ਹਦੀ ਕਲਾ ਦੇ ਨਾਲ ਤੁਸਾਂ ਨੇ ਇਸ ਜੈਕਾਰੇ ਦੀ ਗੂੰਜ ਦਾ ਜਵਾਬ ਦੇਣਾ ਜੀ। ਬੋਲੇ ਸੋ ਨਿਹਾਲ। ਆਵਾਜ਼ ਥੋੜੀ ਜਿਹੀ ਢਿੱਲੀ ਹੈ, ਆਪਾਂ ਠੰਡਾ ਠੰਡਾ ਪੀਤਾ ਤੇ ਮਾੜਾ ਜਿਹਾ ਇੱਕ ਵਾਰੀ ਜਗਾਰੇ ਦੀ ਗੂੰਜ ਪਵੇ, ਪਤਾ ਲੱਗੇ ਪਿੰਡ ਢੱਡੇ ਦੇ ਅੰਦਰ ਕੀ ਫੈਡਰੇਸ਼ਨ ਦਾ ਮੀਟਿੰਗ ਹੋ ਰਹੀ ਹੈ। ਬੋਲੇ ਸੋ ਨਿਹਾਲ। ਆਓ ਜੀ ਪ੍ਰਧਾਨ ਸਾਹਿਬ ਜੀ ਹੁਣਾਂ ਦੇ ਬਚਨ ਸਰਵਣ ਕਰੀਏ। ਵਾਹਿਗੁਰੂ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਗੁਰੂ ਦੀ ਬਖਸ਼ੀ ਫਤਿਹ ਦੀ ਸਾਂਝ ਪਾਉਣੀ ਹੈ।
ਗੱਜ ਕੇ ਫਤਿਹ ਦਾ ਜਵਾਬ ਫਤਿਹ 'ਚ ਦੇਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮਾਈਕ ਦੀ ਨਾ ਥੋੜੀ ਜਿਹੀ ਆਵਾਜ਼ ਘੱਟ ਕਰ ਦਿਓ, ਥੋੜੀ ਜਿਹੀ ਆਵਾਜ਼ ਘੱਟ ਕਰ ਦਿਓ, ਬੇਨਤੀ ਹੈ। ਜਿਵੇਂ ਕਿ ਭਾਈ ਲਵਪ੍ਰੀਤ ਸਿੰਘ ਜੋਸ਼ ਨੇ ਤੇ ਭਾਈ ਜਗਬੀਰ ਸਿੰਘ ਜੀ ਨੇ ਦੋਵੇਂ ਹੀ ਬਹੁਤ ਹੀ ਸਤਿਕਾਰਯੋਗ ਤੇ ਤਜਰਬੇਕਾਰ ਵੀ ਨੇ, ਇਸ ਖੇਤਰ ਦੇ ਵਿੱਚ ਜਾਣਕਾਰ ਵੀ ਨੇ, ਤੇ ਉਹਨਾਂ ਨੇ ਆਪ ਜੀ ਨੂੰ ਫੈਡਰੇਸ਼ਨ ਦੇ ਬਾਰੇ ਤੇ ਫੈਡਰੇਸ਼ਨ ਦੇ ਹੋਏ ਪੁਨਰ ਸੁਰਜੀਤੀ ਸਮਾਗਮ ਬਾਰੇ ਜਾਣੂ ਕਰਵਾਇਆ। 11 ਤਰੀਕ ਨੂੰ ਆਪ ਜੀ ਵਿੱਚੋਂ ਕਈ ਸਿੰਘ ਆਏ ਸਨ। ਸਭ ਤੋਂ ਪਹਿਲਾਂ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਫੈਡਰੇਸ਼ਨ ਕਿਸੇ ਇਕੱਲੇ ਆਦਮੀ ਦੀ ਨਹੀਂ, ਫੈਡਰੇਸ਼ਨ ਕਿਸੇ ਇਕੱਲੇ ਇੱਕ ਸ਼ਹਿਰ ਦੀ ਨਹੀਂ, ਇਹ ਸਮੁੱਚੇ ਸਿੱਖ ਨੌਜਵਾਨੀ ਦੀ ਸਰਮੌਰ ਜਥੇਬੰਦੀ। ਤੇ ਸੁਰਜੀਤ ਕਿਵੇਂ ਕੀਤਾ? ਫੈਡਰੇਸ਼ਨ ਨੂੰ ਸੁਰਜੀਤ ਕੀਤਾ ਹੈ ਜੈਕਾਰਿਆਂ ਦੀ ਗੂੰਜ ਦੇ ਨਾਲ। ਫੈਡਰੇਸ਼ਨ ਨੂੰ ਸੁਰਜੀਤ ਕੀਤਾ ਹੈ ਕਿਉਂਕਿ ਇੱਕ ਪ੍ਰਥਾ ਹੈ। ਫੈਡਰੇਸ਼ਨ ਦਾ ਕੋਈ ਵੀ ਲੀਡਰ, ਆਗੂ, ਬੁਲਾਰਾ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਇਹ ਕਹਿ ਕੇ ਤੇ ਆਪਣੀ ਗੱਲ ਜਿਹੜੀ ਆ ਉਹ ਆਰੰਭ ਕਰਦਾ ਆਇਆ ਹੈ। ਤੇ ਇਸੇ ਨਾਰੇ ਦੇ ਗੂੰਜ ਦੇ ਵਿੱਚ, ਜੈਕਾਰਿਆਂ ਦੀ ਗੂੰਜ ਦੇ ਵਿੱਚ ਮੇਰੇ ਵੀਰੋ ਤੁਹਾਡੀ ਸਿਰਮੌਰ ਜਥੇਬੰਦੀ ਸੁਰਜੀਤ ਹੋਈ ਹੈ। ਇਹ ਜਥੇਬੰਦੀ ਨੂੰ ਆਪਣਾ ਮੰਨਣਾ ਪੈਣਾ ਹੈ ਕਿਉਂਕਿ ਕੋਈ ਵੀ ਐਸੀ ਵਾਹਦ ਜਥੇਬੰਦੀ ਹੈ ਨਹੀਂ ਜਿਹੜੀ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਦੀ ਹੋਵੇ। ਹੋਣਗੀਆਂ, ਸਭ ਤੋਂ ਸਰਮੌਰ ਕਿਹੜੀ? 1944 ਦੇ ਵਿੱਚ ਜਿਹਦਾ ਆਗਾਜ਼ ਹੋਇਆ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ। ਮੈਂ ਇੱਕ ਹੋਰ ਬੇਨਤੀ ਕਰ ਦੇਣੀ ਚਾਹੁੰਦਾ ਅੱਗੇ ਬੋਲਣ ਤੋਂ ਪਹਿਲਾਂ ਕਿ ਕਈ ਵਾਰੀ ਹੁਣ ਵੀ ਇਜਲਾਸ ਤੋਂ ਬਾਅਦ ਵੀ ਮੈਨੂੰ ਪੁੱਛਿਆ ਜਾਂਦਾ ਹੈ ਕਿ ਜੀ ਤੁਹਾਡੀ ਪਾਰਟੀ ਕਿਹੜੀ ਹੈ। ਮੈਂ ਪਹਿਲਾਂ ਕਲੈਰੀਫਾਈ ਇੱਧਰ ਕਰ ਦਵਾਂ ਕਿ ਪਾਰਟੀ ਸਾਡੀ ਕਿਹੜੀ ਆ। ਫੈਡਰੇਸ਼ਨ ਦੀ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਅਸਲ ਮਾਇਨੇ ਦੇ ਵਿੱਚ ਫੈਡਰੇਸ਼ਨ ਹੈ, ਉਹਦੀ ਪਾਰਟੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਆ, ਹੋਰ ਕੋਈ ਨਹੀਂ। ਪੰਥਕ ਹਿੱਤਾਂ ਦੀ ਪ੍ਰਾਪਤੀ ਦੇ ਲਈ ਕਾਰਜ ਕਰਨਾ, ਗੁਰੂ ਮਹਾਰਾਜ ਦੀ ਤਾਬਿਆ ਇਕੱਤਰ ਹੋ ਕੇ ਪੰਥਕ ਹਿੱਤਾਂ ਨੂੰ ਪ੍ਰਾਪਤ ਕਰਨ ਦੇ ਕਾਰਜ ਕਰਨੇ, ਇਹ ਨੰਬਰ 1 ਤੇ ਸਾਡੇ ਲਈ ਜਿਹੜਾ ਹੈ ਉਹ ਆਉਂਦਾ ਹੈ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਇੱਧਰ ਕਈ ਨੌਜਵਾਨ ਚਿਹਰੇ, ਇੱਧਰ ਗੁਰਸਿੱਖ ਚਿਹਰੇ ਹੈ ਨੇ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਮੇਰੇ ਉਹ ਵੀਰ ਜਿਹੜੇ ਹੁਣੇ ਵੀ ਸਿੱਖੀ ਨਾਲੋਂ ਅਸੀਂ ਟੁੱਟੇ ਹੋਏ ਆ, ਗਲਤੀ ਤੁਹਾਡੀ ਨਹੀਂ। ਸਰਕਾਰ ਨੇ ਨਹੀਂ ਕਦੀ ਚਾਹਿਆ ਕਿ ਤੁਹਾਡੇ ਚਿਹਰਿਆਂ ਤੇ ਦਾੜੀ, ਸਿਰਾਂ ਤੇ ਪੱਗ ਹੋਵੇ, ਸਰਕਾਰ ਨਹੀਂ ਚਾਹੁੰਦੀ। 3 ਚੀਜ਼ਾਂ ਲਈ ਸੰਘਰਸ਼ ਹੁੰਦਾ ਹੈ ਜੀ। ਜੇ ਆਪਾਂ ਖਾਲਸਾ ਕੌਮ ਦਾ, ਖਾਲਸਾ ਪੰਥ ਦਾ ਇਤਿਹਾਸ ਫਰੋਲ ਕੇ ਵੇਖ ਲਈਏ, ਸਾਨੂੰ ਸੰਘਰਸ਼ ਕਰਨ ਦੀ ਉਹਦਾ ਹੁਕਮ ਸਾਨੂੰ ਗੁਰੂ ਨੇ ਕਦੋਂ ਦਿੱਤਾ ਹੈ? ਪਹਿਲਾਂ ਜਦੋਂ ਗੁਰੂ ਮਹਾਰਾਜ ਦੀ ਅਦਬ ਸਤਕਾਰ ਦੇ ਵਿੱਚ ਕੋਈ ਕਮੀ ਆ ਰਹੀ ਹੋਏ, ਗੁਸਤਾਖੀ ਆ ਰਹੀ ਹੋਏ, ਉਦੋਂ ਸੰਘਰਸ਼ ਕਰਨਾ ਲਾਜ਼ਮੀ ਆ। ਦੂਜਾ, ਜਦੋਂ ਸਿੱਖਾਂ ਦੇ ਹੱਕਾਂ ਨੂੰ ਖਤਮ ਕੀਤਾ ਜਾ ਰਿਹਾ ਹੋਵੇ, ਜੋ ਬਣਦੇ ਹੱਕ ਨੇ, ਜੋ ਅਧਿਕਾਰ ਨੇ, ਉਹਨਾਂ ਨੂੰ ਕੁਚਲਿਆ ਜਾ ਰਿਹਾ ਹੋਵੇ, ਸਿੱਖਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੋਵੇ, ਉਦੋਂ ਸੰਘਰਸ਼ ਕਰਨਾ ਲਾਜ਼ਮੀ ਹੈ। ਤੀਸਰਾ, ਜਦੋਂ ਕਿਸੇ ਇਨਸਾਨ ਦੇ ਉੱਤੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਇਲਾਕੇ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਉਹਦੇ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਉਹਦੇ ਖਿਲਾਫ ਸੰਘਰਸ਼ ਕਰਨਾ ਉਹ ਲਾਜ਼ਮੀ। ਸਿੱਖ ਪੰਥ ਦੀ ਇਤਿਹਾਸ ਦੀ ਤਵਾਰੀਖ ਫਰੋਲ ਕੇ ਵੇਖ ਲਓ, ਇਹਨਾਂ ਦੇ ਇਹੀ ਸਾਡੇ ਪੰਥਕ ਹਿੱਤ ਰਹੇ ਨੇ ਤੇ ਇਹਨਾਂ ਦੇ ਕਾਰਨ ਹੀ ਸਾਡਾ ਜਿਹੜਾ ਸੰਘਰਸ਼ ਚੱਲਦਾ ਆਇਆ ਹੈ। ਤੇ ਇਹੀ ਕੁਝ ਐਸੀ ਚੀਜ਼ਾਂ ਨੇ, ਭਾਵੇਂ ਸਾਡੇ ਗੁਰੂ ਮਹਾਰਾਜ ਦਾ ਸਤਿਕਾਰ ਹੋਇਆ, ਭਾਵੇਂ ਸਾਡੇ ਹੱਕ ਹੋਏ ਤੇ ਭਾਵੇਂ ਮਜਲੂਮਾਂ ਉੱਤੇ ਜ਼ੁਲਮ ਹੋਇਆ, ਇਹ ਤਿੰਨੋਂ ਚੀਜ਼ਾਂ ਪਹਿਲਾਂ ਗੋਰੀ ਸਰਕਾਰ ਕਰਦੀ ਸੀ, ਦੂਣੀ ਸਪੀਡ ਦੇ ਉੱਤੇ ਅੱਜ ਦਾ ਹੁਕਮਰਾਨ ਕਰ ਰਿਹਾ। ਆ NSA UFA ਕਿਹਦੇ ਤੇ ਲਗਾਏ ਨੇ? ਮੈਂ ਪੁੱਛਣਾ ਚਾਹੁੰਦਾ, ਕੋਈ ਗੈਰ ਸਿੱਖ ਤੇ ਘੱਟ ਗਿਣਤੀ ਵਾਲੇ ਤੇ ਲੱਗਦੇ ਨੇ, ਗੈਰ ਸਿੱਖ ਤੇ ਨਹੀਂ ਲੱਗ ਰਹੇ। ਇਹ ਕਾਨੂੰਨ ਹੀ ਸਰਕਾਰ ਇਸ ਹਿਸਾਬ ਨਾਲ ਬਣਾਉਂਦੀ ਹੈ
कि ਜਿਹੜੀ ਕੋਈ ਕੌਮ ਵਾਹਦ ਇੱਕ ਕੌਮ ਸਿੱਖ ਕੌਮ ਐਸੀ ਕੌਮ ਹੈ ਜਿਹੜੀ ਸਿਰ ਚੁੱਕ ਕੇ ਆਪਣੇ ਹੱਕ ਮੰਗਦੀ ਹੈ, ਹੱਕਾਂ ਲਈ ਸੰਘਰਸ਼ ਵੀ ਕਰਦੀ ਹੈ। ਸੋ ਉਹਨੂੰ ਕਿਵੇਂ ਦਬਾਇਆ ਜਾਵੇ, ਉਹ ਸਰਕਾਰ ਦੀਆਂ ਚਾਲਾਂ ਨੇ ਮਾਨਸਿਕ ਤੌਰ ਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਦਿੱਤੀ। ਆਪਾਂ 90-94 ਦਾ ਦੌਰ ਵੇਖਦੇ ਹਾਂ ਕਿ ਪੀਐਸ ਗਿੱਲ ਨੇ ਹੈਡ ਕੀਤਾ ਆਪਰੇਸ਼ਨ ਨਾਈਫ ਡੋਮੀਨੈਂਸ, ਜਿਹਦੇ ਅਧੀਨ ਲੱਚਰ ਗਾਣੇ, ਗੰਦੀਆਂ ਮੂਵੀਆਂ, ਫੁਕਰੇਪੰਥੀ, ਆ ਜੱਟਵਾਦ। ਅਸੀਂ ਵੀ ਜੱਟ, ਪਰ ਜੱਟ ਹੋਣਾ ਇੰਨੇ ਮਾਇਨੇ ਨਹੀਂ ਰੱਖਦਾ ਜਿੰਨਾ ਤੁਹਾਡਾ ਸਿੰਘ ਹੋਣਾ ਮਾਇਨੇ ਰੱਖਦਾ ਹੈ। ਅਸਲ ਦੇ ਵਿੱਚ ਗੱਲ ਦੱਸਾਂ ਤੇ ਜੱਟ ਹੋਣਾ 0% ਹੈ ਜਦੋਂ ਤੁਸੀਂ ਸਿੰਘ ਹੋ, ਤੁਸੀਂ 100% ਹੋ। ਤੁਸੀਂ ਕਿਸੇ ਵੀ ਜਾਤ ਦੇ ਆ, ਕਿਸੇ ਵੀ ਰੰਗ ਦੇ ਆ, ਕਿਸੇ ਵੀ ਇਲਾਕੇ ਦੇ ਆ, ਫਰਕ ਨਹੀਂ ਪੈਂਦਾ। ਜੇ ਤੁਸੀਂ ਗਾਤਰਾ ਪਾਇਆ ਹੈ, ਖੰਡੇ ਪਾਟੇ ਦੀ ਪੋਹ ਲਈ ਹੈ, ਫਿਰ ਤੁਸੀਂ ਸਿੰਘ ਹੋ, ਅਵਲ ਦਰਜੇ ਤੇ ਹੋ। ਆਪਾਂ ਨੂੰ ਇਹ ਗੱਲ ਸਮਝਣੀ ਪਏਗੀ। ਲੱਚਰ ਗੀਤ ਵੀ ਹੋ ਗਏ, ਹੁਣ ਕਈ ਕਲਾਕਾਰ ਐਸੇ ਨੇ ਜਿਹੜੇ ਬਹੁਤ ਹੀ ਵਾਹੀਆਤ ਗੀਤ ਮੇਲ ਤੇ ਫੀਮੇਲ ਦੋਵੇਂ ਜਿਹੜੇ ਗਾਉਂਦੇ ਨੇ। ਕਹਿੰਦੇ ਨੇ ਜੀ ਗੀਤ ਫੁਕਰੇ ਨੇ, ਪਰ ਇਹ ਸਿਰਫ ਸੁਣਨ ਲਈ ਬਣਾਏ ਨੇ, ਜ਼ਿੰਦਗੀ 'ਚ ਇੰਪਲੀਮੈਂਟ ਕਰਨ ਲਈ ਨਹੀਂ ਬਣਾਏ। ਮੈਂ ਦੱਸ ਦੇਣਾ ਚਾਹੁੰਦਾ ਕਿ ਜੇ 100 ਮਿਲੀਅਨ ਵਿਊ ਜਾ ਰਿਹਾ ਹੋਵੇ ਤੇ ਤੁਹਾਡਾ ਪ੍ਰਭਾਵ ਨੌਜਵਾਨ ਪੀੜ੍ਹੀ ਤੇ ਹੈ ਤਾਂ ਜਾ ਰਿਹਾ ਹੈ। ਤੁਹਾਡੇ ਗੀਤਾਂ ਦਾ ਪ੍ਰਭਾਵ ਹੈ ਤਾਂ ਜਾ ਰਿਹਾ ਹੈ। ਅੱਜ ਦੀ ਮਾਨਸਿਕਤਾ ਨੂੰ ਖਤਮ ਕਰ ਰਹੀ ਹੈ ਤੁਹਾਡੇ ਗੀਤ। ਫਿਰ ਕਹਿੰਦੇ ਜੀ, ਹੁਣ ਮੈਂ ਸਾਰੇ ਕਲਾਕਾਰਾਂ ਨੂੰ ਨਹੀਂ ਕਹਿ ਰਿਹਾ, ਕਈ ਬਹੁਤ ਹੀ ਵਧੀਆ ਗਾਣੇ ਵੀ ਜਿਹੜੇ ਆ ਗੀਤ ਗਾਉਂਦੇ ਆ, ਵੀਰ ਕਥਾਵਾਂ ਗਾਉਂਦੇ ਨੇ, ਉਹਨਾਂ ਦੀ ਸ਼ਲਾਘਾ ਕਰਦੇ। ਪਰ ਕਹਿੰਦੇ ਜੀ ਸਾਡੀ ਅਖੇ ਤੁਸੀਂ ਰੋਟੀ ਖੋਹਦੇ ਹੋ, ਜੇ ਤੁਸੀਂ ਸਾਡੇ ਖਿਲਾਫ ਬੋਲਦੇ ਹੋ। ਮੈਂ ਸਮਝਣਾ ਆ ਅਡਾਨੀ ਦੀ ਅਸੀਂ ਰੋਟੀ ਖੋਹਨੇ ਆ ਜੇ ਆਪਣੇ ਹੱਕਾਂ ਦੀ ਗੱਲ ਕਰਦੇ ਆ, ਕਿ ਆਪਾਂ ਅੰਬਾਨੀ ਦੀ ਅਸੀਂ ਰੋਟੀ ਖੋਹ ਰਹੇ ਹਾਂ। ਇਹ ਸਾਡਾ ਹੱਕ ਹੈ ਕਿ ਐਸੀਆਂ ਘਿਨਾਉਣੀਆਂ ਹਰਕਤਾਂ ਤੋਂ ਆਪਣੇ ਯੂਥ ਨੂੰ ਬਚਾਉਣਾ। ਕਿਵੇਂ ਦੇ ਨੂੰ ਗੋਲੀਆਂ ਮਾਰਨ ਵਾਲੇ ਗੀਤ ਆ ਗਏ, ਆਪਾਂ ਆਪਣੇ ਹੱਕ ਲੈਣ ਜੋਗੇ ਹੈ ਨਹੀਂ। ਜਿਹੜੇ ਆ ਗੀਤਾਂ ਦੇ ਵਿੱਚ ਬੰਦੂਕਾਂ ਚਲਾਉਂਦੇ ਨੇ, ਇਹ ਹੱਕ ਲੈਣ ਜੋਗੇ ਹੈ ਨਹੀਂ। ਪਰ ਸਾਡੀ ਜਿਹੜੀ ਨੌਜਵਾਨ ਕਈ ਪੀੜ੍ਹੀ ਹੈ ਆ, ਇੱਧਰ ਜਿਹੜੇ ਬੈਠੇ ਨੇ ਸੁਚੇਤ ਨੇ, ਪਰ ਆਪਣੀ ਨੌਜਵਾਨ ਪੀੜ੍ਹੀ ਆਪਾਂ ਵੇਖਾਂਗੇ, ਫੇਸਬੁੱਕ ਦੇ ਉੱਤੇ ਵੀ ਵੇਖ ਲਿਓ, ਕਲਾਕਾਰਾਂ ਮਗਰ ਲੜੀ ਜਾਂਦੇ ਆ। ਸਾਡਾ ਉਸਤਾਦ ਨੂੰ ਆ ਕਹਿਤਾ, ਸਾਡਾ ਉਸਤਾਦ। ਮੈਂ ਬੇਨਤੀ ਕਰਨੀ ਚਾਹੁੰਦਾ ਹੈ, ਕਦੇ ਇਤਿਹਾਸ ਫਰੋਲ ਕੇ ਵੇਖੋ, ਉਸਤਾਦ ਦਾ ਤੁਹਾਨੂੰ ਪਤਾ ਉਦੋਂ ਲੱਗੇਗਾ, ਲੈਜੈਂਡਸ ਦਾ ਪਤਾ ਤੁਹਾਨੂੰ ਉਦੋਂ ਲੱਗੇਗਾ। ਕਦੀ ਪੜ੍ਹੋ ਮਹਾਰਾਜਾ ਰਣਜੀਤ ਸਿੰਘ ਬਾਰੇ, ਖਾਲਸਾ ਰਾਜ ਬਾਰੇ ਪੜ੍ਹੋ, ਹਰੀ ਸਿੰਘ ਨਲਵੇ ਬਾਰੇ ਪੜ੍ਹੋ, ਜੱਸਾ ਸਿੰਘ ਅਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸ਼ਾਮ ਸਿੰਘ ਅਟਾਰੀ ਬਾਰੇ ਪੜ੍ਹੋ, ਜਰਨਲ ਜੋਰਾਵਰ ਸਿੰਘ ਬਾਰੇ ਪੜ੍ਹੋ, ਨਿਧਾਨ ਸਿੰਘ ਪੰਜ ਹੱਥਾਂ ਬਾਰੇ ਪੜ੍ਹੋ। ਸਿੱਖ ਕੌਮ ਦੇ ਵਿੱਚ ਐਸੇ ਸੂਰਬੀਰ ਯੋਧੇ ਹੋਏ ਨੇ ਜਿਨ੍ਹਾਂ ਨੇ ਕੇਵਲ ਪੰਜਾਬ ਹੀ ਨਹੀਂ, ਕਿਉਂਕਿ ਪੰਜਾਬ ਪਹਿਲੀ ਤਾਂ ਗੱਲ ਸਾਡਾ ਘਰ ਹੈ, ਕਿਉਂਕਿ ਸਾਡਾ ਜਨਮ ਖਾਲਸੇ ਦਾ ਇੱਧਰ ਹੋਇਆ। ਸਿਰਫ ਪੰਜਾਬ ਨਹੀਂ, ਹਿੰਦੁਸਤਾਨ ਨਹੀਂ, ਪੂਰੀ ਦੁਨੀਆ ਦਾ ਮਾਰਗਦਰਸ਼ਨ ਕੀਤਾ ਹੈ। ਕਈ ਕੌਮਾਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਸਤਿਕਾਰਯੋਗ ਹੁੰਦੇ ਨੇ, ਯੋਧੇ ਹੁੰਦੇ ਨੇ, ਸੰਘਰਸ਼ ਕਰਨ ਵਾਲੇ ਹੁੰਦੇ ਨੇ, ਉਹ ਉਂਗਲਾਂ ਤੇ ਅਸੀਂ ਗਿਣ ਸਕਦੇ ਹਾਂ। ਸਿੱਖ ਕੌਮ ਦੇ ਨਹੀਂ ਗਿਣ ਸਕਦੇ। ਆਪਣੇ ਕੋਲ ਇੰਨਾ ਵੱਡਾ ਖਜ਼ਾਨਾ ਹੈ। ਹਜ਼ਾਰਾਂ ਸਾਲਾਂ ਤੋਂ ਜਿਹੜੀਆਂ ਕੌਮਾਂ ਇਸ ਧਰਤੀ ਤੇ ਹਨ, ਉਹ ਵੀ ਪ੍ਰੇਰਨਾ ਜਿਹੜੀ ਹੈ ਸਿੱਖ ਕੌਮ ਤੋਂ ਲੈਂਦੇ। ਪਰ ਅਸੀਂ ਕੀ ਕਰਦੇ ਹਾਂ, ਮਾਇਨੇ ਉਹ ਰੱਖਦਾ। ਹੁਣ ਗੀਤਾਂ ਤੇ ਆਪਾਂ ਗੱਲ ਕਰ ਲਈ, ਮਾਨਸਿਕ ਤੌਰ ਤੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਸਿੰਘ ਖਵਾਉਣਾ ਸੀ ਉਧਰ ਜੱਟ ਖਵਾ ਰਹੇ ਆ। ਤੁਹਾਡਾ ਪੇਸ਼ਾ ਹੈ, ਜੱਟ ਖੇਤੀ ਕਰਦਾ, ਕਰੋ। ਪਰ ਤੁਸੀਂ ਕਹਿ ਦੇਣਾ ਕਿ ਜੱਟ ਤੋਂ ਇਲਾਵਾ ਹੀ ਕੋਈ ਨਹੀਂ ਹੈਗਾ, ਇਹ ਵੀ ਗਲਤ ਹੈ। ਜੋ ਸਿੰਘ ਹੈ ਉਹ ਸਿੰਘ ਹੀ ਹੈ ਤੇ ਸਿੰਘ ਹੀ ਰਹੇਗਾ, ਤੇ ਸਿੰਘ ਹਮੇਸ਼ਾ ਜੱਟੀਜ਼ਮ ਤੋਂ ਉੱਤੇ ਹੋਏਗਾ। ਜਿਹੜੀ ਧੀਆਂ ਭੈਣਾਂ ਦੀ ਅਸੀਂ ਰਾਖੀ ਕਰਦੇ ਆਏ ਹਾਂ, ਸਾਡੇ ਇਸ ਦੇਸ਼ ਦੇ ਵਿੱਚ ਕਈ ਧੀਆਂ ਭੈਣਾਂ ਨੂੰ ਲਿਜਾ ਕੇ ਤੇ ਗਜਨੀ ਦੇ ਬਾਜ਼ਾਰ ਦੇ ਵਿੱਚ ਟਕੇ ਤੇ ਵੇਚਿਆ ਜਾਂਦਾ ਸੀ। ਉਹਨਾਂ ਦੀ ਰੱਖਿਆ ਅਸੀਂ ਕਰਦੇ ਰਹੇ ਹਾਂ ਗੁਰੀਲਾ ਵਾਰਫੇਅਰ ਦੇ ਰਾਹੀਂ। ਉਹਨਾਂ ਹੁਣ ਧੀਆਂ ਭੈਣਾਂ ਤੇ ਅਸੀਂ ਗੀਤ ਬਣਾਉਣੇ ਸ਼ੁਰੂ ਕਰ ਦਿੱਤੇ ਆ। ਜਿਹੜਾ ਨਸ਼ਾ ਨਾਮ ਦਾ ਚਾਹੀਦਾ ਸੀ, ਪ੍ਰਚਾਰ ਦਾ ਚਾਹੀਦਾ ਸੀ, ਉਹ ਨਸ਼ਾ ਹੁਣ ਸ਼ਰਾਬ ਦਾ ਹੋ ਗਿਆ।
ਹੱਸ ਮੈਕ ਹੀਰੋਇਨ ਕੋਕੇਨ ਕਿੱਥੋਂ ਆਈ? ਇਹ ਸਭ ਕੁਝ ਮੇਰੇ ਵੀਰੋ ਆਪਰੇਸ਼ਨ ਨਾਈਟ ਡੋਮੀਨੈਂਸ ਦੇ ਨਾਲ ਹੀ ਆਇਆ। ਇਹ ਚੀਜ਼ ਨੂੰ ਸਮਝਣਾ ਪਏਗਾ। ਸਾਡਾ ਇਤਿਹਾਸ ਜਿਹੜਾ ਹੈ ਉਹ ਵੀ ਸਾਡੇ ਤੋਂ ਖੋਈ ਜਾ ਰਹੀ। ਹੁਣ ਮੇਰੇ ਪੜ੍ਹੇ ਲਿਖੇ ਵੀਰ ਵੀ ਇੱਧਰ ਬੈਠੇ ਨੇ, ਮੈਨੂੰ ਦੱਸ ਦਿਓ ਕਿ ਸਿੱਖਾਂ ਦਾ ਇਤਿਹਾਸ ਕਿੰਨਾ ਕੁ ਕਿਤੇ ਤੁਸੀਂ ਪੜ੍ਹਿਆ, ਭਾਵੇਂ CBSE ਚੋਂ, ਭਾਵੇਂ ਪੰਜਾਬ ਬੋਰਡ ਦੇ ਵਿੱਚੋਂ, ਭਾਵੇਂ ICSE ਚੋਂ। ਸਿੱਖ ਇਤਿਹਾਸ ਨਹੀਂ ਪੜ੍ਹਾਇਆ ਜਾ ਰਿਹਾ, ਜਿਹਦੇ ਕਾਰਨ ਸਾਨੂੰ ਪਤਾ ਨਹੀਂ ਕਿ ਅਸੀਂ ਕੇਸ ਕਿਉਂ ਰੱਖਣੇ ਨੇ, ਕੇਸਾਂ ਦੀ ਅਹਿਮੀਅਤ ਕੀ ਹੈ। ਸਾਨੂੰ ਆਹ ਵੀ ਨਹੀਂ ਪਤਾ ਕਿ ਸਾਨੂੰ ਸਰੀਰਕ, ਮਾਨਸਿਕ ਤੇ ਆਤਮਿਕ ਕਿਹੜੀ ਘਾਟ ਪੈ ਰਹੀ ਹੈ ਕੇਸ ਕੱਟਣ ਦੇ ਨਾਲ। ਮੈਨੂੰ ਪੁੱਛਦੇ ਨੇ ਕਈ ਵੀਰ ਆ ਕੇ ਕਿ ਕੇਸ ਰੱਖਣੇ ਕਿਉਂ ਆ। ਮੈਂ ਕਹਿੰਦਾ ਕਿ ਮੇਰਾ ਸਵਾਲ ਹੈ ਕਿ ਕੇਸ ਕਟਾਉਣੇ ਕਿਉਂ ਆ? ਕੀ ਅਸੀਂ ਪੱਛਮੀ ਪ੍ਰਭਾਵ ਦੇ ਅਧੀਨ ਹੋ ਕੇ ਕੇਸ ਕਟਾ ਰਹੇ ਹਾਂ? ਕੀ ਕਿਸੇ ਦੇ ਕਹਿਣ ਤੇ ਕੇਸ ਕਟਾ ਰਹੇ ਹਾਂ? ਜੇ ਗੱਲ ਅਸੀਂ ਸੁਣਨੀ ਹੈ ਤੇ ਗੱਲ ਗੁਰੂ ਦੀ ਸੁਣੀਏ। ਕਿਰਾਏ ਪਿਆ ਨੂੰ ਰਾਏ ਪਾਇਆ ਸਾਡੇ ਗੁਰੂ ਸਾਹਿਬਾਨਾਂ ਨੇ, ਆਮ ਤੋਂ ਖਾਸ ਕੀਤਾ ਗੁਰੂ ਗੋਬਿੰਦ ਸਿੰਘ ਨੇ, ਤੇ ਸਾਡੇ ਕੋਲ ਇਟਰਨਲ ਲਾਰਡ ਆਪਾਂ ਜਿਹਨੂੰ ਕਹਿ ਦਿੰਦੇ ਆ, ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਖਜ਼ਾਨਾ ਮੌਜੂਦ ਆ। ਉਸੇ ਦਾ ਅਸੀਂ ਹੁਣ ਪ੍ਰਚਾਰ ਜਿਹੜਾ ਹੈ ਸ਼ੁਰੂ ਕਰਨਾ ਹੈ। ਸੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸੁਰਜੀਤ ਕਰਨ ਪਿੱਛੇ ਕਾਰਨ ਸਭ ਤੋਂ ਪਹਿਲਾਂ ਇਹ ਹੈ ਕਿ ਪੰਜਾਬ ਸਾਡਾ ਘਰ ਹੈ, ਖਾਲਸੇ ਦੀ ਜਨਮ ਭੂਮੀ ਅਨੰਦਪੁਰ। ਮੈਂ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਘਰ ਦੇ ਵਿੱਚ ਜੇ ਸਾਡੇ ਤੇ ਜ਼ੁਲਮ ਹੋ ਰਿਹਾ ਹੋਵੇ, ਸਾਡੇ ਘਰ ਦੇ ਵਿੱਚ ਹੀ, ਤੇ ਬਾਹਰ ਕੀ ਹਾਲ ਹੋ ਰਿਹਾ ਹੋਏਗਾ। ਇੱਧਰ ਹਰਿਆਣੇ ਦੀ ਇੱਕ ਆਈ ਸੀਗੀ ਖਬਰ ਆਈ ਸੀ ਕਿ ਇੱਕ ਬਜ਼ੁਰਗ ਨੂੰ ਕੁੱਟਿਆ ਗਿਆ ਹੈ, ਸਿੱਖ ਬਜ਼ੁਰਗ ਨੂੰ ਕੁੱਟਿਆ ਗਿਆ ਹੈ, ਦਸਤਾਰ ਦੀ ਬੇਅਦਬੀ ਕੀਤੀ ਗਈ ਹੈ। ਫਿਰ ਉਧਰ ਮੇਰੇ ਖਿਆਲ ਨਾਲ ਜੈਪੁਰ ਦੇ ਵਿੱਚ ਇੱਕ ਹੋਰ ਸਿੱਖ ਨੂੰ ਜਿਹੜਾ ਬਜ਼ੁਰਗ ਨੂੰ 3-4 ਉਧਰ ਜਿਨ੍ਹਾਂ ਦੇ ਸਿਰਾਂ ਤੇ ਕੋਈ ਦਸਤਾਰ ਨਹੀਂ, ਕੋਈ ਕੇਸ ਨਹੀਂ, ਉਹ ਦਸਤਾਰਾਂ ਲਾ ਰਹੇ ਨੇ। ਇਹ ਤਾਂ ਹੋ ਰਿਹਾ ਕਿਉਂਕਿ ਅਸੀਂ ਹੋਣ ਦੇ ਰਹੇ ਹਾਂ, ਕਿਉਂਕਿ ਸਾਡੀ ਮਾਨਸਿਕਤਾ ਸਰਕਾਰ ਹੁਕਮਰਾਨ ਨੇ ਖਤਮ ਕੀਤੀ ਹੈ। ਤੁਹਾਡਾ ਮੇਰੇ ਵੀਰੋ ਕੋਈ ਕਸੂਰ ਨਹੀਂ, ਆਪਣੇ ਤੇ ਪਰਸਨਲੀ ਨਾ ਲਿਓ, ਆਪਾਂ ਗੱਲਾਂ ਹੀ ਕਰ ਰਹੇ ਹਾਂ ਭਰਾ। ਸੋ ਬੇਨਤੀ ਕਰਨੀ ਚਾਹੁੰਦਾ ਹੈ ਕਿ ਫੈਡਰੇਸ਼ਨ ਹੋਰ ਗੁਰਮਤ ਟ੍ਰੇਨਿੰਗ ਕੈਂਪ ਵੀ ਲਾਏਗੀ। ਗੁਰਮਤ ਟ੍ਰੇਨਿੰਗ ਕੈਂਪ ਦੇ ਵਿੱਚ ਕਿਉਂਕਿ ਕਹਿੰਦੇ ਆ ਕਿ ਨੀਂਹ ਰੱਖਣੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦੀ ਹੈ। ਗੁਰੂ ਮਹਾਰਾਜ ਦੀ ਜਿਹੜੀ ਮਾਨ ਮਰਿਆਦਾ ਹੈ, 5 ਬਾਣੀਆਂ ਦਾ ਜਿਹੜਾ ਜਾਪ ਹੈ, ਜਪਜੀ ਸਾਹਿਬ ਦੀ ਸੰਥਿਆ ਹੋ ਗਈ, ਗੱਤਕੇ ਤੋਂ ਜਾਣੂ ਕਰਵਾਉਣਾ ਬੇਸਿਕਸ ਤੋਂ, ਕਥਾਵਾਂ ਸਰਵਣ ਕਰਵਾਉਣੀਆਂ ਵਿਦਵਾਨਾਂ ਦੀਆਂ, ਸਿੱਖ ਹਿਸਟੋਰੀਅਨਸ ਦੀਆਂ, ਤੇ ਰਹਿਤ ਮਰਿਆਦਾ ਤੋਂ ਜਾਣੂ ਕਰਵਾਉਣਾ ਤੇ ਉਹਦੇ ਵਿੱਚ ਜੀਵਨ ਬਤੀਤ ਕਰਨ ਦਾ ਜਿਹੜਾ ਹੈ ਉਹ ਤਰੀਕਾ ਦੱਸਣਾ। ਗੁਰਮਤ ਟ੍ਰੇਨਿੰਗ ਕੈਂਪ ਹੁਣ ਵੀਰੇ ਅਸੀਂ ਲਾਉਣ ਜਾ ਰਹੇ ਹਾਂ। ਹੌਲੀ ਹੌਲੀ ਹਰ ਇਲਾਕੇ ਦੇ ਵਿੱਚ ਲਾਵਾਂਗੇ, ਹਰ ਨਗਰ ਦੇ ਵਿੱਚੋਂ। ਸਾਨੂੰ ਉਮੀਦ ਹੈ ਕਿ ਸਾਡੇ ਜਿਹੜੇ ਨੌਜਵਾਨ, ਸੁਚੇਤ ਨੌਜਵਾਨ ਨੇ, ਉਹ ਹੁਮ ਹਮਾ ਕੇ ਹੋਰਾਂ ਨੂੰ ਵੀ ਨਾਲ ਲੈ ਕੇ, ਕਿਉਂਕਿ ਇਹ ਜ਼ਿੰਮੇਵਾਰੀ ਇਕੱਲੀ ਕਿਸੇ ਸੰਸਥਾ ਦੀ ਨਹੀਂ ਹੁੰਦੀ। ਸੰਸਥਾ ਇੱਕ ਪਲੇਟਫਾਰਮ ਹੁੰਦਾ ਹੈ ਜਿੱਥੇ ਨੌਜਵਾਨ ਜਾ ਕੇ ਤੇ ਆਪਣੀ ਗੱਲ ਰੱਖ ਸਕਦੇ ਹੁੰਦੇ ਆ। ਸੋ ਸਾਡੇ ਸਾਰਿਆਂ ਤੇ ਜ਼ਿੰਮੇਵਾਰੀ ਹੈ ਕਿ ਆਪਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਕਿਰਾਏ ਪਿਆ ਨੂੰ ਤੇ ਰਾਹ ਤੇ ਵਾਪਸ, ਲੀਹਾਂ ਤੇ ਵਾਪਸ ਲੈ ਕੇ ਆਈਏ। ਉਹ ਦੌਰ ਵਾਪਸ ਆ ਜਾਏ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਵਾਲਾ। ਦੌਰ ਕਿਹੜਾ ਸੀ? ਨੀਲੀਆਂ ਤੇ ਕੇਸਰੀ ਪੱਗਾਂ ਦੇ ਹੜ ਹੁੰਦੇ ਸੀਗੇ, ਮੰਜੀ ਸਾਹਿਬ ਦੀਵਾਨ ਹਾਲ। ਨੌਜਵਾਨਾਂ ਦੇ ਵਿੱਚ ਇੱਕ ਜਜ਼ਬਾ ਸੀ ਦਾੜੀ ਕੇਸ ਰੱਖਣਾ, ਕਿਉਂਕਿ ਪਤਾ ਸੀ ਉਹਨਾਂ ਨੂੰ ਕਿ ਸਾਨੂੰ ਕਿਸ ਹਿਸਾਬ ਨਾਲ ਟਾਰਪੀਡੋ ਸਾਡੇ ਹਿੱਤਾਂ ਨੂੰ ਕਿਸ ਹਿਸਾਬ ਨਾਲ ਖਤਮ ਕੀਤਾ ਜਾ ਰਿਹਾ ਹੈ, ਤੇ ਉਹਦੇ ਪ੍ਰਾਪਤੀ ਲਈ ਲਾਮਬੰਦ ਸਨ। ਸੋ ਫੈਡਰੇਸ਼ਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਨੂੰ ਅੱਜ ਤਿਆਰ ਹੈ। ਤੇ ਮੇਰੇ ਸਾਰੇ ਇੱਧਰ ਵੀਰ ਆਏ ਨੇ, ਮੈਂ ਸਭ ਦਾ ਧੰਨਵਾਦ ਕਰਦਾ ਹਾਂ ਤੇ ਇੱਕ ਵਧਾਈ ਵੀ ਦਿੰਦਾ ਕਿ ਤੁਹਾਡੀ ਸਿਰਮੌਰ ਜਥੇਬੰਦੀ ਮੇਰੇ ਵੀਰੋ, ਇਹਨੂੰ ਗੈਰ ਨਹੀਂ ਸਮਝਣਾ। ਤੁਹਾਡੀ ਸਿਰਮੌਰ ਜਥੇਬੰਦੀ ਸੁਰਜੀਤ ਹੋਈ ਹੈ। 11 ਤਰੀਕ ਦਾ ਪ੍ਰੋਗਰਾਮ ਹੋਇਆ, ਗੋਡੇ ਗੋਡੇ ਜਿੰਨਾ ਪਾਣੀ ਸੀ, ਫਿਰ ਵੀ ਤੁਸੀਂ ਹੁਮ ਹਮਾ ਕੇ ਆਏ ਹੋ। ਇਹ ਜਜ਼ਬਾ ਹੈ ਤੁਹਾਡੇ ਅੰਦਰ,
ਇਹ ਸਬੂਤ ਹੈ ਇਸ ਗੱਲ ਦਾ ਕਿ ਤੁਹਾਡੇ ਅੰਦਰ ਜਜ਼ਬਾ ਅੱਜ ਵੀ ਜਿਉਂਦਾ ਹੈ, ਊਰਜਾ ਅੱਜ ਵੀ ਹੈ, ਚਿਣਗ ਅੱਜ ਵੀ ਹੈ। ਉਹਨੂੰ ਮਸ਼ਾਲ ਬਣਾ ਕੇ ਉਭਾਰਨ ਦੀ ਅੱਜ ਲੋੜ ਹੈ। ਤੇ 11 ਤਰੀਕ ਨੂੰ ਪ੍ਰੋਗਰਾਮ ਹੋਇਆ, ਬੜਾ ਸੰਖੇਪ ਜਿਹਾ ਪ੍ਰੋਗਰਾਮ ਸੀ, 2 ਘੰਟੇ ਦਾ ਹੀ ਪ੍ਰੋਗਰਾਮ ਸੀਗਾ। ਸੁਰਜੀਤੀ ਸਮਾਗਮ ਸੀ। ਬੜੀ ਲਾਜ਼ਮੀ ਜੀ ਗੱਲ ਹੈ ਕਿ ਪੁਰਾਣੇ ਲੀਡਰਾਂ ਨੇ ਬੋਲਣਾ ਸੀ। ਪੁਰਾਣੇ ਲੀਡਰ, ਫੈਡਰੇਸ਼ਨ ਦੇ ਤਜਰਬੇਕਾਰ ਲੀਡਰ ਆਣ ਕੇ ਬੋਲੇ, ਸਿੰਘ ਸਾਹਿਬਾਨ ਬੋਲੇ, ਸੰਤ ਸਮਾਜ ਦੇ ਵਿੱਚੋਂ ਬਾਬਾ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਤੇ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਦਲ ਬਾਬਾ ਬਿਧੀ ਚੰਦ ਜੀ, ਉਹਨਾਂ ਨੇ ਸੰਗਤਾਂ ਦੇ ਨਾਲ ਆਪਣੇ ਜਿਹੜੇ ਆ ਵਿਚਾਰ ਸਾਂਝੇ ਕੀਤੇ। ਕੁਝ ਕੁ ਸਾਡੇ ਫੈਡਰੇਸ਼ਨ ਦੇ ਨੌਜਵਾਨ ਜਿਹੜਾ ਬੋਲਣਾ ਚਾਹੁੰਦੇ ਸੀਗੇ ਪਰ ਉਧਰ ਸਮਾਂ ਨਹੀਂ ਮਿਲ ਸਕਿਆ, ਬਿਕੋਜ਼ ਬਹੁਤ ਘੱਟ ਸਮਾਂ ਸੀ, 2 ਘੰਟੇ ਦਾ ਸਮਾਂ ਸੀ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਇਕਜੁੱਟ ਹੋ ਕੇ ਰਹਿਣਾ ਹੈ। ਆਪਾਂ ਕਿਸੇ ਨਿੱਕੀ ਗੱਲ ਨੂੰ ਵੀ ਆਪਣੇ ਵਿੱਚ ਆਉਣ ਨਹੀਂ ਦੇਣਾ। ਸਾਡਾ ਟੀਚਾ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਪੰਥਕ ਹਿੱਤਾਂ ਦੀ ਪ੍ਰਾਪਤੀ ਚਾਹੀਦੀ ਹੈ। ਇਹ ਕਲੀਅਰ ਆਪਣੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ। ਇਸ ਚੀਜ਼ ਨੂੰ ਆਪਣੇ ਮਨ ਮੰਦਰ ਅੰਦਰ ਘਰ ਕਰਨਾ ਬਹੁਤ ਜ਼ਰੂਰੀ ਹੈ। ਸੋ ਕੋਸ਼ਿਸ਼ ਕਰਨਗੇ, ਤੁਹਾਨੂੰ ਵੀ ਕੋਸ਼ਿਸ਼ ਕਰਨਗੇ ਫੈਡਰੇਸ਼ਨ ਦੇ ਖਿਲਾਫ, ਮੇਰੇ ਵੀ ਖਿਲਾਫ, ਮੈਨੂੰ ਕਰਨਗੇ ਤੁਹਾਡੇ ਖਿਲਾਫ। ਇਹ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ, ਨਾਰਮਲ ਹੈ। ਪਰ ਆਪਾਂ ਨਾ ਤਾਂ ਸਰਕਾਰ ਦੀਆਂ ਗੱਲਾਂ 'ਚ ਆਉਣਾ ਹੁਕਮਰਾਨ ਦੀਆਂ 'ਚ, ਤੇ ਨਾ ਹੀ ਆਪਣੀ ਦਫਾੜ ਪੈਣ ਦੇਣਾ। ਨੌਜਵਾਨ ਜਦੋਂ ਇਕਜੁੱਟ ਹੋ ਗਿਆ, ਸਿੱਖ ਨੌਜਵਾਨ, ਤੁਹਾਡੀ ਸ਼ਕਤੀ ਨੂੰ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਸੋ ਮੈਂ ਅੰਤ ਵਿੱਚ ਆਹੀ ਕਹਿਣਾ ਚਾਹੁੰਦਾ ਹੈ ਕਿ ਜੋ ਉਤਸ਼ਾਹ ਉਸ ਦਿਨ ਆਪਾਂ ਨੂੰ ਵੇਖਣ ਨੂੰ ਮਿਲਿਆ, ਆਪਾਂ ਉਸ ਨੂੰ ਕਾਇਮ ਰੱਖਣਾ ਹੈ ਅਤੇ ਹੋਰ ਵੀ ਇਹਦੀਆਂ ਜਿਹੜੀਆਂ ਸਿਖਰਾਂ ਤੱਕ ਉਤਸ਼ਾਹ ਨੂੰ ਪਹੁੰਚਾਉਣਾ ਹੈ, ਪ੍ਰਚਾਰ ਨੂੰ ਪਹੁੰਚਾਉਣਾ ਹੈ, ਕਿਉਂਕਿ 90% ਲੜਾਈ ਪ੍ਰਚਾਰ ਦੀ ਹੁੰਦੀ ਹੈ। ਉਸ ਦਿਨ ਵੀ ਬੇਨਤੀ ਕੀਤੀ ਸੀ। ਸੋ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਖਰ ਵਾਧਾ ਘਾਟਾ ਮਾਫ ਕਰਨਾ ਜੀ। ਤੇ ਕੁਝ ਨਾਅਰੇ ਆਪਾਂ ਜ਼ਰੂਰ ਲਗਾਵਾਂਗੇ ਕਿਉਂਕਿ ਫੈਡਰੇਸ਼ਨ ਦੀ ਮੀਟਿੰਗ ਆ, ਹੋ ਨਹੀਂ ਸਕਦਾ ਕਿ ਬਿਨਾਂ ਨਾਅਰਿਆਂ ਤੋਂ ਆਪਾਂ ਸਮਾਪਤ ਕਰ ਲਈਏ। ਸੋ ਹਰ ਨਾਅਰੇ ਦਾ ਜਵਾਬ ਤੁਸੀਂ ਗੱਜ ਵੱਜ ਕੇ ਦੇਣਾ ਹੈ, ਜਜ਼ਬੇ ਨਾਲ ਦੇਣਾ ਹੈ, ਦਿਲ ਨਾਲ ਦੇਣਾ। ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ। ਦੇਖ 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 पंथ की पंथ की ऑल इंडिया सिख स्टूडेंट्स फेडरेशन, ऑल इंडिया सिख स्टूडेंट्स फेडरेशन, अमर शहीद भाई अमरीक सिंह जी, संत ज्ञानी करतार सिंह जी खालसा पिंडरा वाले, संत ज्ञानी जरनैल सिंह जी खालसा पिंडरा वाले, बोले सो निहाल। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕੰਵਰ ਚੜ੍ਹ ਸਿੰਘ ਜੀ। ਨਾਵਾਂ ਦੇ ਅੰਦਰ ਬੜੀਆਂ ਵੱਡੀਆਂ ਬਰਕਤਾਂ ਹੋਇਆ ਕਰਦੀਆਂ ਨੇ। ਅੱਜ ਕੱਲ੍ਹ ਦੇ ਜਿਹੜੇ ਨਾਮ ਅਸੀਂ ਆਪਣੇ ਬੱਚਿਆਂ ਦੇ ਰੱਖਦੇ ਆ, ਬੰਟੀ, ਛੰਟੀ, ਇਹ ਜਦੋਂ ਆਪਾਂ ਨਾਂ ਲੈਂਦੇ, ਇਹਨਾਂ ਨਾਵਾਂ ਦੇ ਅੰਦਰ ਕੋਈ ਬਹੁਤਾ ਰੋਬ ਨਹੀਂ ਹੈ। ਤੁਸੀਂ ਕਿਸੇ ਅਫਸਰ ਨੂੰ ਮਿਲਣ ਚਲੇ ਜਾਓ, ਉਹਦੇ ਅੰਦਰ ਜੀ ਛੰਟੀ ਆਇਆ, ਉਹ SHO ਵੀ ਕਹਿੰਦਾ ਬੈਠਾ ਰਹਿਣ ਦਿਓ ਜਿਹੜਾ ਹੈਗਾ ਬਾਹਰ, ਇਹਨੂੰ ਕੀ ਕਰਨਾ ਅੰਦਰ ਸੱਦ ਕੇ। ਤੁਸੀਂ, ਤੁਹਾਡਾ ਨਾਂ ਹੋਵੇਗਾ ਚੜ੍ਹਤ ਸਿੰਘ, ਅਫਸਰ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕੋਈ ਖਾਸ ਆਇਆ ਬਈ, ਜਿਹਦੇ ਨਾਂ ਅੰਦਰ ਕੋਈ ਜਜ਼ਬਾ ਹੈ। ਆ ਪ੍ਰਧਾਨ ਸਾਹਿਬ ਜੀ ਉਹਨਾਂ ਦਾ ਨਾਂ ਅਨਾਉਂਸ ਕਰਦਿਆਂ ਅੰਦਰੋਂ ਜੋਸ਼ ਵਾਲਾ ਮਾਰਦਾ ਵੀ ਕਿਸੇ ਯੋਧੇ ਦਾ ਆਪਾਂ ਨਾਂ ਲੈ ਰਹੇ, ਸਰਦਾਰ ਹਰੀ ਸਿੰਘ ਨਲੂਏ ਦਾ ਨਾਂ ਲਈਏ, ਅਕਾਲੀ ਫੂਲਾ ਸਿੰਘ ਸਾਹਿਬ ਜੀ ਦਾ ਨਾਮ ਲਈਏ, ਅਕਾਲ ਦਾ ਨਾਮ ਚੇਤੇ ਆ ਜਾਂਦਾ ਹੈ। ਸਾਡੇ ਘਰਾਂ ਅੰਦਰ ਬੱਚੇ ਜਨਮਣੇ ਨੇ, ਨੌਜਵਾਨ ਪੀੜ੍ਹੀ ਬੈਠੀ ਏ, ਆਪਾਂ ਆਪਣੇ ਬੱਚਿਆਂ ਦੇ ਨਾਂ ਵੀ ਜਿਹੜੇ ਗੁਰਮਤਿ ਮਰਿਆਦਾ ਦੇ ਅਨੁਕੂਲ ਰੱਖੀਏ। ਖੜਕ ਸਿੰਘ ਰੱਖੋ ਨਾਮ, ਹੋਰ ਵੀ ਬੜੇ ਵਧੀਆ, ਉਦੈ ਪ੍ਰਤਾਪ ਸਿੰਘ ਰੱਖੋ, ਜਿਹਨਾਂ ਨਾਵਾਂ ਦੇ ਅੰਦਰ ਬਰਕਤ ਹੋਵੇ।
ਉਹਨਾਂ ਨਾਵਾਂ ਦਾ ਬੜਾ ਵੱਡਾ ਪ੍ਰਭਾਵ ਹੋਇਆ ਕਰਦਾ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਫੈਡਰੇਸ਼ਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਜੁੜਦੇ ਨੇ, ਜਿਨ੍ਹਾਂ ਦੀ ਬਦੌਲਤ ਅੱਜ ਮੀਟਿੰਗ ਰੱਖੀ ਗਈ, ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਜੀ ਹੁਣਾਂ ਨੇ ਸ਼ਮੂਲੀਅਤ ਕੀਤੀ ਹੈ। ਸਰਦਾਰ ਬਲਜਿੰਦਰ ਸਿੰਘ ਜੀ ਢੱਡੇ 27 ਜੂਨ ਨੂੰ ਪਹਿਲੀ ਫੈਡਰੇਸ਼ਨ ਦੀ ਮੀਟਿੰਗ ਮਾਂਗਾ ਸਰਾਏ ਅੰਦਰ ਹੋਈ ਔਰ ਉਸ ਮੀਟਿੰਗ ਦੇ ਅੰਦਰ ਵੀ ਨੌਜਵਾਨਾਂ ਨੇ ਵੱਡੀ ਗਿਣਤੀ ਅੰਦਰ ਸ਼ਮੂਲੀਅਤ ਕੀਤੀ। ਕੁੱਲਾ ਖਾਲਿਸਤਾਨੀ ਮਾਂਗਾ ਸਰਾਏ ਉਹਨਾਂ ਦੇ ਗ੍ਰਹਿ ਵਿਖੇ ਵੱਡੀ ਜਿਹੜੀ ਮੀਟਿੰਗ ਪਹਿਲੀ ਕੀਤੀ ਗਈ ਸੀ ਔਰ ਉਸ ਪਹਿਲੀ ਮੀਟਿੰਗ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਮੁੜ ਕੇ ਮੇਰੇ ਨਗਰ ਅੰਦਰ ਵੀ ਮੀਟਿੰਗ ਕੀਤੀ ਗਈ, ਉਹਦੇ ਵਿੱਚ ਵੀ ਸਿੱਖ ਸੰਗਤਾਂ ਨੇ ਵੱਧ ਚੜ ਕੇ ਹਿੱਸੇ ਲਏ। ਜਿੰਨੇ ਵੀ ਲਾਗੋ ਨਗਰਾਂ ਦੇ ਵਿੱਚੋਂ ਸੰਗਤਾਂ ਆਈਆਂ ਨੇ, ਨੌਜਵਾਨ ਪੀੜ੍ਹੀ ਆਈ ਹੈ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪੋ ਆਪਣੇ ਨਗਰਾਂ ਦੇ ਵਿੱਚ ਮੀਟਿੰਗਾਂ ਕਰਵਾਈਏ ਔਰ ਜਦੋਂ ਇਹ ਮੀਟਿੰਗਾਂ ਕਰਵਾਵਾਂਗੇ ਔਰ ਜਿਹੜਾ ਆਦੇਸ਼ ਜਿਹੜਾ ਇਹ ਅੱਜ ਦਾ ਸੰਦੇਸ਼ ਹੈ ਉਹ ਲੋਕਾਂ ਤੱਕ ਪਹੁੰਚੇਗਾ, ਨੌਜਵਾਨ ਪੀੜ੍ਹੀ ਤੱਕ ਪਹੁੰਚੇਗਾ। ਔਰ ਜਿੰਨੇ ਵੀ ਸਾਰੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀਓ ਆਇਆਂ। ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਅਸੀਂ ਸਿੱਖੀ ਸਿਧਾਂਤਾਂ ਦੇ ਨਾਲ ਜੁੜੀਏ। ਸਾਡੇ ਬਹੁਤ ਹੀ ਸਤਿਕਾਰਯੋਗ ਬੱਗਾ ਸਾਹਿਬ ਬੈਠੇ ਨੇ, ਉਹ ਵੀ ਬੱਗੇ ਦੇ ਨਗਰ ਤੋਂ ਚੱਲ ਕੇ ਆਏ ਨੇ। ਹੋਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੀਆਂ ਸ਼ਖਸੀਅਤਾਂ ਵੱਖ-ਵੱਖ ਨਗਰਾਂ ਤੋਂ ਚੱਲ ਕੇ ਆਈਆਂ ਨੇ ਔਰ ਤੁਹਾਡੇ ਇੱਕ ਇੱਕ ਕਦਮ ਨੂੰ ਅਸੀਂ ਸਿਰ ਝੁਕਾਉਂਦੇ ਹਾਂ, ਕਿਉਂਕਿ ਉਹੋ ਹੀ ਬੰਦਾ ਐਸੇ ਕਾਰਜਾਂ ਨੂੰ ਨਿਕਲਦਾ ਹੈ ਜਿਹਦੇ ਅੰਦਰ ਕੋਈ ਜਜ਼ਬਾ ਹੋਵੇ ਕੌਮ ਵਾਸਤੇ ਕਰਨ ਵਾਸਤੇ। ਨਹੀਂ ਤੇ ਕੋਈ ਲੱਚਰ ਗਾਇਕ ਆਉਣਾ ਹੋਵੇ, ਕੋਈ ਗਾਉਣ ਵਾਲੀ ਆਉਣੀ ਹੋਵੇ, ਉਹਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਮੇਲਾ ਟੀਮ ਨੂੰ, ਮੇਲਾ ਕਮੇਟੀ ਨੂੰ। ਉਹ ਬਸ ਮਾੜਾ ਜਿਹਾ ਦੱਸਿਆ ਜਾਂਦਾ ਕਿ ਫਲਾਣੇ ਥਾਂ ਗਾਉਣ ਵਾਲੀ ਆਉਣੀ ਹੈ, ਫਲਾਣੇ ਥਾਂ ਖੀਲਾ ਆ ਰਿਹਾ, ਦੂਜਾ ਤੀਜਾ ਆ ਰਿਹਾ, ਲੋਕ ਭੱਜ ਕੇ ਜਾਂਦੇ ਨੇ। ਪਰ ਜਿਹੜਾ ਇੱਥੇ ਆਇਆ ਹੈ, ਜਿਹਨੂੰ ਪਤਾ ਹੈ ਵੀ ਜਿਹੜੀ ਬਲਜਿੰਦਰ ਸਿੰਘ ਢੱਡੇ ਸਾਹਿਬ ਦੇ ਘਰ ਮੀਟਿੰਗ ਹੋ ਰਹੀ ਹੈ, ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੀਟਿੰਗ ਹੈ, ਜਿਹਦੇ ਅੰਦਰ ਕੁਝ ਸੁਣਨ ਵਾਸਤੇ ਜਜ਼ਬਾ ਹੈ, ਕੁਝ ਕਰਨ ਵਾਸਤੇ ਕੌਮ ਵਾਸਤੇ ਜਜ਼ਬਾ ਹੈ। ਉਹ ਹੀ ਇਨਸਾਨ ਇੱਥੇ ਆਇਆ ਹੈ। ਤੁਹਾਡੀ ਗਿਣਤੀ ਭਾਵੇਂ ਥੋੜੀ ਹੈ ਪਰ ਸਾਡੇ ਵਾਸਤੇ ਬਹੁਤ ਹੈ, ਕਿਉਂਕਿ ਯੋਧੇ ਬਹੁਤ ਘੱਟ ਹੋਇਆ ਕਰਦੇ ਨੇ ਔਰ ਜਿਹੜੀਆਂ ਹੇੜਾਂ ਉਹ ਬਹੁਤ ਹੁੰਦੀਆਂ ਨੇ। ਤੁਸੀਂ ਜਿੰਨੇ ਵੀ ਬੈਠੇ ਹੋ, ਮੈਂ ਸਮਝਦਾ ਯੋਧੇ ਬੈਠੇ ਹੋ, ਤੁਹਾਡੇ ਮਨਾਂ ਦੇ ਅੰਦਰ ਸਿੱਖੀ ਵਾਸਤੇ ਦਰਦ ਹੈ, ਤੁਸੀਂ ਕੁਝ ਕਰਨ ਵਾਸਤੇ ਤੁਹਾਡੇ ਅੰਦਰ ਜਜ਼ਬਾ ਹੈ। ਇਹ ਜਜ਼ਬੇ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾ ਹੈ ਔਰ ਫੈਡਰੇਸ਼ਨ ਦੇ ਹਾਮੀ ਬਣੀਏ, ਫੈਡਰੇਸ਼ਨ ਦੇ ਨਾਲ ਜੁੜੀਏ। ਜਿੱਥੇ ਵੀ ਕਦੇ ਮੀਟਿੰਗ ਹੁੰਦੀ ਹੈ ਅਸੀਂ ਤੁਹਾਡੇ ਤੱਕ ਮੈਸੇਜ ਲਗਾਵਾਂਗੇ ਔਰ ਵੱਡੀ ਗਿਣਤੀ ਦੇ ਅੰਦਰ ਨੌਜਵਾਨ ਜਿਹੜੇ ਉਹਨਾਂ ਮੀਟਿੰਗਾਂ ਦੇ ਅੰਦਰ ਸ਼ਮੂਲੀਅਤ ਕਰੋ, ਇੰਨੀਆਂ ਕਮੇਟੀਆਂ ਪ੍ਰਵਾਨ ਕਰਿਓ। ਸਾਡੇ ਬਹੁਤ ਹੀ ਸਤਿਕਾਰਯੋਗ ਗਗਨਦੀਪ ਸਿੰਘ ਜੀ ਅਦਰੀਟ ਪਿੰਡ ਹਦਾਇਤਪੁਰ ਤੋਂ ਸਾਡੇ ਦਰਮਿਆਨ ਪਹੁੰਚੇ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਈ ਵੀਰ ਜ਼ਰੂਰੀ ਕੰਮ ਕਾਰਨ ਕਾਨਫਰੰਸ ਤੋਂ ਛੇਤੀ ਚੱਲ ਗਏ ਸੀ, ਜਲਦੀ ਜਾਣਾ ਪਿਆ, ਮਜਬੂਰੀਆਂ ਹੋ ਜਾਂਦੀਆਂ ਨੇ ਤੇ ਫੈਡਰੇਸ਼ਨ ਦੀ ਮੀਟਿੰਗ ਦੇ ਵਿੱਚ, ਕਾਨਫਰੰਸ ਦੇ ਵਿੱਚ ਫੈਡਰੇਸ਼ਨ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਸੀ। ਤੁਸੀਂ ਸਾਰੇ ਟੀਮ ਹੋ, ਜਿਹੜੇ ਸਿੰਘ ਵੱਧ ਚੜ ਕੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਆਏ ਸੀ, ਅੱਜ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ ਸਨਮਾਨ ਕਰਾਂਗੇ ਤੇ ਜੈਕਾਰਿਆਂ ਦੀ ਗੂੰਜ ਵਿੱਚ ਅਸੀਂ ਸਨਮਾਨ ਹੁਣ ਕਰਨਾ ਹੈ। ਵੀਰ ਜੀ ਨਾਮ ਅਨਾਉਂਸ ਕਰੋ। ਸਭ ਤੋਂ ਪਹਿਲਾਂ ਗਗਨਦੀਪ ਸਿੰਘ ਵੀਰ ਹਦਾਇਤਪੁਰ ਤੋਂ, ਉਹਨਾਂ ਦਾ ਮਾਨ ਸਨਮਾਨ ਫੈਡਰੇਸ਼ਨ ਪ੍ਰਧਾਨ ਕੰਵਰਚੰਦ ਸਿੰਘ ਜੀ ਕਰਨਗੇ। ਇਹਨਾਂ ਨੇ ਪ੍ਰਧਾਨ ਸਾਹਿਬ ਸਪੋਰਟਸ ਅਕੈਡਮੀ ਜਿਹੜੀ ਆ ਖੋਲ੍ਹੀ ਹੈ ਹਦਾਇਤਪੁਰੇ ਨਗਰ ਵਿੱਚ ਔਰ ਗਰੀਬ ਤੋਂ ਅਮੀਰ ਬੱਚਿਆਂ ਨੂੰ ਸਾਰਿਆਂ ਨੂੰ ਇਹ ਫ੍ਰੀ ਜਿਹੜੀ ਆ ਉੱਥੇ ਸੰਸਥਾ ਦੇ ਵਿੱਚ ਆਪਣਾ ਸਿਖਲਾਈ ਦੇ ਰਹੇ ਨੇ। ਇਹਨਾਂ ਦਾ ਸਨਮਾਨ ਨਗਰ ਢੱਡਿਆਂ ਵੱਲੋਂ ਔਰ ਫੈਡਰੇਸ਼ਨ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਜਾ ਰਿਹਾ ਜੀ। ਬੋਲੇ ਸੋਨਾਲੇ ਬਹੁਤ ਵੱਡਾ ਸਨਮਾਨ ਹੈ ਜੀ ਫੈਡਰੇਸ਼ਨ ਦੇ ਵੱਲੋਂ ਵੀਰ ਗਗਨਦੀਪ ਸਿੰਘ ਜੀ ਅਦਲੀਰ ਪਿੰਡ ਹਦਾਇਤਪੁਰ ਤੋਂ ਜਿਹੜੇ ਨੌਜਵਾਨ ਪੀੜ੍ਹੀ ਲਈ ਚੰਗਾ ਕਾਰਜ ਕਰ ਰਹੇ ਨੇ ਫੈਡਰੇਸ਼ਨ ਦੇ ਵੱਲੋਂ ਔਰ ਬਲਜਿੰਦਰ ਸਿੰਘ ਜੀ ਢੱਡੇ ਸਾਹਿਬ ਜੀ ਉਹਨਾਂ ਦੇ ਵੱਲੋਂ ਇਹ ਮਾਨ ਸਨਮਾਨ ਕੀਤਾ ਜਾ ਰਿਹਾ ਹੈ। ਔਰ ਜਿਹੜੇ ਵੀ ਨੌਜਵਾਨ ਫੈਡਰੇਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ, ਨੌਜਵਾਨ ਪੀੜ੍ਹੀ ਜਿਹੜੀ ਧਾਰਮਿਕ ਕਾਰਜ ਵਾਸਤੇ ਲੈ ਉਹਨਾਂ ਦਾ ਵੀ ਮਾਨ ਸਨਮਾਨ ਇਸੇ ਤਰ੍ਹਾਂ ਕੀਤਾ ਜਾਵੇਗਾ। ਹੁਣ ਜਿਹੜਾ ਮਾਨ ਸਨਮਾਨ ਹੋਵੇਗਾ, ਕੁੱਲਾ ਖਾਲਿਸਤਾਨੀ ਨਗਰ ਮਾਂਗਾ ਸਰਾਏ ਤੋਂ ਕਬੱਡੀ ਦੇ ਵੱਡੇ ਪਲੇਅਰ ਨੇ, ਆਪਣੇ ਸਮੇਂ ਦੇ ਅੰਦਰ ਉਹਨਾਂ ਕਬੱਡੀ ਦੇ ਅੰਦਰ ਲੋਹਾ ਮਨਾਇਆ ਹੈ, ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹਨਾਂ ਦਾ ਵੀ ਜੀ ਬਹੁਤ ਵੱਡੀ ਦੇਣ ਹੈ ਫੈਡਰੇਸ਼ਨ ਨੂੰ, ਜਿੱਥੇ ਵੀ ਕਿਤੇ ਮੀਟਿੰਗ ਹੁੰਦੀ ਹੈ ਔਰ ਆਪਣੇ ਸਾਥੀਆਂ ਸਮੇਤ ਪਹੁੰਚਦੇ ਨੇ
ਔਰ ਉਸ ਦਿਨ ਇਹਨਾਂ ਦਾ ਮਾਣ ਸਨਮਾਨ ਰਹਿ ਗਿਆ ਸੀ। ਅੱਜ ਇਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਜਾ ਰਿਹਾ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕੰਵਰਚਰਨ ਸਿੰਘ ਸਾਹਿਬ ਜੀ ਹੋਣਾ ਦੇ ਵੱਲੋਂ। ਅਗਲੇਰਾ ਨਾਮ ਸਾਡੇ ਬਹੁਤ ਹੀ ਸਤਿਕਾਰਯੋਗ ਭੀਲੋਵਾਲ ਤੋਂ ਗੁਰਜੀਤ ਸਿੰਘ ਜੀ ਬਾਰ ਸਾਹਿਬ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਔਰ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ। ਉਹਨਾਂ ਨੂੰ ਪਹੁੰਚਣ ਤੇ ਜਿਉ ਆਇਆ ਜਾਂਦਾ ਹੈ ਔਰ ਫੈਡਰੇਸ਼ਨ ਦੇ ਵੱਲੋਂ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ। ਜਿਹੜੇ ਵੀ ਨੌਜਵਾਨ ਇਸ ਮੀਟਿੰਗ ਦੇ ਅੰਦਰ ਪਹੁੰਚੇ ਨੇ ਉਹਨਾਂ ਨੂੰ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਆਪੋ ਆਪਣੇ ਨਗਰਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਰਖਵਾ ਕੇ ਔਰ ਅਸੀਂ ਫੈਡਰੇਸ਼ਨ ਦੇ ਹਾਮੀ ਬਣੀਏ। ਜਿਹੜਾ ਵੀਰ ਸਾਡਾ ਲਾਈਵ ਕਰ ਰਿਹਾ ਹੈ ਕਰਨ ਬੱਗਾ ਜੀ, ਔਰ ਉਹਨਾਂ ਨੂੰ ਫੈਡਰੇਸ਼ਨ ਦੇ ਵੱਲੋਂ ਮਾਣ ਸਨਮਾਨ ਦਿੱਤਾ ਜਾਵੇਗਾ। ਉਹ ਵੀ ਉਦੋਂ ਵੱਡੀ ਗਿਣਤੀ ਦੇ ਅੰਦਰ ਨਗਰ ਬੱਗੇ ਤੋਂ ਨੌਜਵਾਨ ਪੀੜ੍ਹੀ ਨੂੰ ਲੈ ਕੇ ਪਹੁੰਚੇ ਸਨ ਔਰ ਉਦੋਂ ਉਹਨਾਂ ਦਾ ਮਾਣ ਸਨਮਾਨ ਰਹਿ ਗਿਆ ਸੀ ਜੀ। ਬੋਲੇ ਸੋ ਨਿਹਾਲ। ਬੱਗਾ ਸਾਹਿਬ ਜੀ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਤੁਹਾਡੇ ਕੋਲ ਨੌਜਵਾਨ ਪੀੜ੍ਹੀ ਬੜੀ ਹੈ ਔਰ ਉਹ ਸਾਰੀ ਨੌਜਵਾਨੀ ਦੀ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਫੈਡਰੇਸ਼ਨ ਦੇ ਨਾਲ ਜੋੜਿਆ ਜਾਵੇ ਔਰ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਪਾਂ ਜੁੜੇ ਰਹੀਏ। ਵੀਰ ਅਮਨਵੀਰ ਸਿੰਘ ਜੀ ਅਬਦਾਲ, ਸਪੁੱਤਰ ਸਰਦਾਰ ਰਾਮ ਸਿੰਘ ਜੀ ਚੇਅਰਮੈਨ ਸਾਹਿਬ, ਇਹਨਾਂ ਦਾ ਵੀ ਜੀ ਬਹੁਤ ਵੱਡਾ ਜਿਹੜਾ ਲਿੰਕ ਹੈ। ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਫੈਡਰੇਸ਼ਨ ਵੱਲੋਂ ਤੁਹਾਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਔਰ ਤੁਸੀਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੈ। ਬੋਲੇ ਸੋ ਨਿਹਾਲ। ਇਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਬੱਗੇ ਨਗਰ ਤੋਂ ਪਹੁੰਚੇ ਨੇ। ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਜੀ ਉਹਨਾਂ ਦੇ ਵੱਲੋਂ ਇਹਨਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਕਰਨ ਬੱਗਾ ਜੀ ਨੂੰ ਫਿਰ ਬੇਨਤੀ ਆ ਵੀ ਆਪਣੀ ਟੀਮ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਕਰਕੇ। ਜਰਨੈਲ ਸਿੰਘ ਜੀ ਪੱਤਰਕਾਰ ਸਾਹਿਬ ਜਿਹੜੀ ਆਪਣੀ ਟੀਮ ਦੇ ਨਾਲ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਆ ਉਸ ਸਟੇਜ ਤੇ ਆਉਣ ਔਰ ਫੈਡਰੇਸ਼ਨ ਦੇ ਵੱਲੋਂ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਦੀ। ਪਿੰਦਾ ਜੀ ਵਰਿਆਮ ਨੰਗਲ ਤੋਂ, ਉਹ ਵੀ ਸਾਡੀ ਜਿੱਥੇ ਆਵਾਜ਼ ਸੁਣਦੇ ਹੋ ਵੀ ਪਹੁੰਚਣ ਜੀ। ਬੋਲੇ ਸੋ ਨਿਹਾਲ। ਪਿੰਦਾ ਜੀ ਵਰਿਆਮ ਨੰਗਲ ਤੋਂ ਨਿੱਕਾ ਢੱਡੇ ਨਗਰ ਤੋਂ ਜੀ, ਨਿੱਕਾ ਜੀ ਨੂੰ ਬੇਨਤੀ ਹੈ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਜੀ। ਫੈਡਰੇਸ਼ਨ ਦੇ ਵੱਲੋਂ ਪ੍ਰਧਾਨ ਸਾਹਿਬ ਜੀ ਹੁਣੀ ਮਾਣ ਸਨਮਾਨ ਦੇਣਗੇ। ਵੀਰ ਜਗਰੂਪ ਸਿੰਘ ਜੀ ਨਵੇਂ ਰਾਜ ਤੋਂ, ਉਹ ਵੀ ਜਿੱਥੇ ਸਾਡੀ ਆਵਾਜ਼ ਸੁਣਦੇ ਪਹੁੰਚਣ ਜੀ। ਬੋਲੇ ਸੋ ਨਿਹਾਲ। ਨਿੱਕਾ ਵੀਰ ਜੀ ਢੱਡੇ ਤੋਂ, ਸਤਿ ਸ੍ਰੀ ਅਕਾਲ। ਜਿਨ੍ਹਾਂ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਸਟੇਜ ਉੱਤੇ ਪਹੁੰਚਣ ਜੀ ਔਰ ਸਾਡੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕੰਵਰਚਰਨ ਸਿੰਘ ਸਾਹਿਬ ਜੀ ਉਹਨਾਂ ਦੇ ਕੋਲੋਂ ਮਾਣ ਸਨਮਾਨ ਪ੍ਰਾਪਤ ਕਰੋ ਜੀ। ਔਰ ਇਸੇ ਤਰ੍ਹਾਂ ਜਿਹੜੇ ਫੈਡਰੇਸ਼ਨ ਦੇ ਮੈਸੇਜ ਨੇ, ਜਿਹੜੇ ਫੈਡਰੇਸ਼ਨ ਦੀਆਂ ਗਤੀਵਿਧੀਆਂ ਨੇ, ਔਰ ਉਹਨਾਂ ਨੂੰ ਫੇਸਬੁੱਕ ਪੇਜ ਉੱਤੇ ਵੀ ਫੋਲੋ ਕਰੋ, ਉਹਨਾਂ ਨੂੰ ਸ਼ੇਅਰ ਵੀ ਕਰੋ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਅਸੀਂ ਫੈਡਰੇਸ਼ਨ ਦਾ ਜਿਹੜਾ ਪੇਜ ਹੈ ਉਹ ਤੁਹਾਡੇ ਫੋਨਾਂ ਦੇ ਉੱਤੇ ਪਹਿਲੀ ਗੱਲ ਤੇ ਮੇਰੇ ਖਿਆਲ ਜਿੰਨੇ ਵੀ ਇੱਥੇ ਪਹੁੰਚੇ ਨੇ ਉਹ ਗਰੁੱਪ ਦੇ ਵਿੱਚ ਐਡ ਹੋਣੇ ਨੇ ਔਰ ਅਸੀਂ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੀਏ, ਵੱਧ ਤੋਂ ਵੱਧ ਫੋਲੋ ਕਰੀਏ, ਸ਼ੇਅਰ ਵੀ ਕਰਿਆ ਕਰੀਏ। ਹੁਣ ਮਾਣ ਸਨਮਾਨ ਕੀਤਾ ਜਾਵੇਗਾ ਜੀ ਨਿੱਕਾ ਢੱਡੇ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਸਿੰਘਾਂ ਨੂੰ ਸਨਮਾਨ ਪ੍ਰਾਪਤ ਹੋਇਆ ਹੈ, ਆਪਾਂ ਸਾਰੇ ਸਿੱਖੀ ਸਰੂਪ ਵਿੱਚ ਵੀ ਜ਼ਰੂਰ ਆਈਏ। ਸਾਡੀ ਪਹਿਚਾਣ ਹੁਣ ਉਹ ਇੱਧਰ ਵੀਰ ਆਣ ਕੇ ਤੇ ਸਨਮਾਨ ਪ੍ਰਾਪਤ ਕਰਕੇ ਗਿਆ ਹੈ। ਮੈਂ ਇਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੋ ਪ੍ਰਭਾਵ ਖੁੱਲੇ ਦਾੜੇ ਪ੍ਰਕਾਸ਼ ਦਾ ਹੁੰਦਾ ਹੈ ਉਹ ਕੱਟੀ ਦਾੜੀ ਦਾ ਨਹੀਂ ਹੁੰਦਾ। ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਮੇਰੇ ਵੀਰੋ। ਪੰਥਕ ਹਿੱਤਾਂ ਦੀ ਜੇ ਪ੍ਰਾਪਤੀ ਅਸੀਂ ਕਰਨੀ ਹੈ, ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ ਤੇ ਪਹਿਲਾਂ ਸਰੂਪ ਕਾਇਮ ਕਰਨਾ ਪੈਣਾ ਤੇ ਫਿਰ ਜਿਹੜਾ ਹੈ ਆਪਣਾ ਜਿਹੜਾ ਅਸੀਂ ਕਾਰਜ ਕਰ ਸਕਦੇ ਹਾਂ। ਸੋ ਇਸ ਕਰਕੇ ਬੇਨਤੀ ਇਹੀ ਹੈ ਕਿ ਆਪਾਂ ਸਿੱਖੀ ਸਰੂਪ ਦੇ ਵਿੱਚ ਜ਼ਰੂਰ ਆਈਏ। ਠੀਕ ਹੈ। ਵੀਰ ਸੁਖਰਾਜ ਸਿੰਘ ਜੀ ਨਿੱਕਾ, ਬੋਲੇ ਸੋ ਨਿਹਾਲ। ਵੀਰ ਜਗਰੂਪ ਸਿੰਘ ਜੀ ਨੂੰ ਬੇਨਤੀ ਆ ਉਹ ਵੀ ਪ੍ਰਧਾਨ ਸਾਹਿਬ ਜੀ ਹੁਣਾਂ ਤੋਂ ਮਾਣ ਪ੍ਰਾਪਤ ਕਰਨ ਦੀ। ਬੋਲੇ ਸੋ ਨਿਹਾਲ।
ਯਾਰ ਜਿਹਨੂੰ ਆਵਾਜ਼ ਮਾਰਦੇ ਜਾਓ। ਕਰਨਵੀਰ ਜੀ ਨਗਰ ਢੱਡੇ ਤੋਂ ਉਹਨਾਂ ਨੂੰ ਸਰਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਫੈਡਰੇਸ਼ਨ ਦੇ ਵੱਲੋਂ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਬੋਲੇ ਸੋ ਨਿਹਾਲ। ਗੁਰਪ੍ਰੀਤ ਸਿੰਘ ਜੀ ਚਾਟੀਵਿੰਡ ਲੇਹ ਤੋਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ। ਸੋਨੂੰ ਚੱਕੀ ਵਾਲਾ ਜੀ ਉਹ ਵੀ ਪਹੁੰਚਣ ਜੀ। ਚਾਟੀਵਿੰਡ ਲੇਹ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਤੁਹਾਡਾ ਕੰਮ ਥੋੜਾ ਜਿਹਾ ਢਿੱਲਾ, ਉੱਥੇ ਮੀਟਿੰਗ ਰਖਾਈਏ ਇੱਕ ਵੱਡੀ, ਪਰ ਤੁਹਾਡੇ ਨਗਰ ਅੰਦਰ ਢਾਡੀ ਸਿੰਘ ਵੀ ਉਹਨਾਂ ਨੂੰ ਵੀ ਨਾਲ ਜੋੜੋ, ਹਰ ਇੱਕ ਵੱਡੀ ਮੀਟਿੰਗ ਰਖਾਈਏ ਜੀ। ਬੋਲੇ ਸੋ ਨਿਹਾਲ। ਮੈਂ ਨਾ ਕਰਾਲੀ ਸਮਾਤ ਤੋਂ ਜਿੰਦੇ ਵਾਲੇ ਕਿਸੇ ਨੂੰ ਬੋਲਦੇ ਠੀਕ ਹੈ ਸਾਡੀ ਸਾਡਾ ਵੀ ਸਿਸਟਮ ਹੈ ਨਿਕੇ ਮਨ ਵੀਰ ਜੀ ਨਗਰ ਅਬਦਾਲ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਪ੍ਰਧਾਨ ਸਾਹਿਬ ਜੀ ਹੁਣਾਂ ਤੋਂ। ਮਨ ਅਬਦਾਲ ਜੀ ਸਟੇਜ ਤੇ ਪਹੁੰਚਣ। ਆਓ ਜੀ ਮਨ ਅਬਦਾਲ ਜੀ ਪਹੁੰਚ ਚੁੱਕੇ ਨੇ, ਪ੍ਰਧਾਨ ਸਾਹਿਬ ਜੀ ਸਨਮਾਨਿਤ ਕਰਨਗੇ। ਬੋਲੇ ਸੋ ਨਿਹਾਲ। ਜਿਹੜੇ ਪ੍ਰਧਾਨ ਸਾਹਿਬ ਜੀ ਹੋਰਾਂ ਦੇ ਨਾਲ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ, ਉਹਨਾਂ ਦਾ ਮਾਨ ਸਨਮਾਨ ਕਮੇਟੀ ਫੈਡਰੇਸ਼ਨ ਔਰ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੀ। ਬੋਲੇ ਸੋ ਨਿਹਾਲ। ਵੀਰ ਜਗਬੀਰ ਸਿੰਘ ਜੀ ਵਰਪਾਲ ਸਾਹਿਬ, ਉਹਨਾਂ ਦਾ ਸਨਮਾਨ ਸਰਦਾਰ ਬਲਜਿੰਦਰ ਸਿੰਘ ਜੀ ਕੱਡੇ ਸਾਹਿਬ ਕਰਨਗੇ ਜੀ। ਬੋਲੇ ਸੋ ਨਿਹਾਲ। ਸਰਦਾਰ ਗੁਰਪ੍ਰੀਤ ਸਿੰਘ ਜੀ, ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਮਾਨ ਸਨਮਾਨ ਕੀਤਾ ਜਾਵੇਗਾ। ਬੋਲੇ ਸੋ ਨਿਹਾਲ। ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਸਨਮਾਨ ਕੀਤਾ ਜਾਵੇਗਾ। ਹਰਪਾਲ ਸਿੰਘ ਜੀ ਬੋਲੇ ਸੋ ਨਿਹਾਲ। ਸਰਦਾਰ ਬੇਅੰਤ ਸਿੰਘ ਜੀ ਦਾ ਸਨਮਾਨ ਸਾਡੀ ਮੈਨੇਜਮੈਂਟ ਕਮੇਟੀ ਦੇ ਇੰਚਾਰਜ ਸਾਹਿਬ ਨੇ ਉਹਨਾਂ ਦਾ ਸਨਮਾਨ ਕੀਤਾ। ਸਤਿ ਸ੍ਰੀ ਅਕਾਲ। ਸਰਦਾਰ ਬਿਕਰਮਜੀਤ ਸਿੰਘ ਜੀ ਡੇਰੀਵਾਲ ਸਾਹਿਬ ਉਹ ਪਹੁੰਚਣ ਜੀ। ਸਾਡੇ ਭਾਈਆ ਜੀ ਨੇ ਉਹਨਾਂ ਦਾ ਸਨਮਾਨ ਕੀਤਾ। ਸਤਿ ਸ੍ਰੀ ਅਕਾਲ। ਬਹੁਤ ਐਕਟਿਵ ਨੇ ਸਾਡੇ ਜੰਡਿਆਲਾ ਢੋਲਕੇ ਦੇ। ਆਕਾਸ਼ਦੀਪ ਸਿੰਘ ਜੀ ਹਦਾਇਤਪੁਰ, ਉਹਨਾਂ ਨੂੰ ਬੇਨਤੀ ਹੈ ਵੀ ਸਟੇਜ ਉੱਤੇ ਆਉਣ ਜੀ। ਆਕਾਸ਼ਦੀਪ ਸਿੰਘ ਜੀ ਹਦਾਇਤਪੁਰ ਸਾਹਿਬ। ਸਰਦਾਰ ਜੀ ਜਿੱਦਾਂ ਤੁਹਾਡਾ ਸਰੀਰ ਹੈ, ਕਿਤੇ ਕੇਸ ਦਾੜਾ ਰੱਖਿਆ ਹੋਵੇ ਤੇ ਬਹੁਤੀ ਗੱਲ ਬਣੀ। ਇਹ ਤਰਪਾਓ ਲੈ ਕੇ ਤੇ ਆਪਾਂ ਪ੍ਰਣ ਦੇ ਲਈਏ। ਬੋਲੇ ਸੋ ਨਿਹਾਲ। ਛੱਡ ਦੋ ਨਾ, ਵੈਸੇ ਕਿਰਪਾ ਹੋ ਜਾਣੀ ਹੈ। ਜਗਾਰਾ ਛੱਡ ਦੋ, ਵੈਸੇ ਹੋ ਜਾਣੀ। ਸਤਿ ਸ੍ਰੀ ਅਕਾਲ। ਆਰੋ ਜੀ ਇੱਕ ਮਿੰਟ ਸਾਰੇ ਆ ਜੀ। ਭਾਵੇਂ ਦਾ ਥੱਲੇ ਆ ਕੇ ਬਹਿ ਸਕਦੇ ਜਾਂ ਖਲੋ ਸਕਦੇ, ਜਿੰਨਾ ਕਰਨਾ ਸਾਰੀ ਗਰੁੱਪ ਦੇ ਫੋਲੋ ਕਰਦੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸੋਨੂ ਵੀਰ ਜੀ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ। ਸੋਨੂ ਵੀਰ ਜੀ ਆਵਾਜ਼ ਸਿੱਧੇ ਸੁਣਦੇ ਹੁਣ, ਆਓ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਬੋਲੇ ਸੋ ਨਿਹਾਲ।
ਸਰਦਾਰ ਬਲਜਿੰਦਰ ਸਿੰਘ ਜੀ ਢੱਡੇ ਸਾਹਿਬ ਆਲ ਇੰਡੀਆ ਸਿੱਖ ਫੁੱਟਬਾਲ ਫੈਡਰੇਸ਼ਨ ਦੇ ਨੌਜਵਾਨ ਆਗੂ ਜਿਹੜੇ ਹਰੇਕ ਮੀਟਿੰਗਾਂ ਅੰਦਰ ਹਿੱਸਾ ਲੈਂਦੇ ਨੇ ਔਰ ਬੋਲੇ ਸੋਨਿਆਰ ਢੱਡੇ ਸਾਹਿਬ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ, ਨੌਜਵਾਨੀ ਨੂੰ ਪ੍ਰੇਰਿਤ ਕਰ ਰਹੇ ਨੇ। ਆਜੋ ਸਾਰੇ ਅੱਗੇ ਬੈਠੋ ਥੋੜੇ ਫੋਟੋ ਖਿੱਚ ਲਈਏ। ਆਜੋ ਜੀ ਆਜੋ 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 ਫੋਟੋ ਕਰ ਲੈਂਦੇ ਕੋਈ ਨਹੀਂ ਕੋਈ ਆਜੋ ਆਜੋ ਆਓ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਫੋਟੋ ਕਰ ਲਈ ਜਾਵੇ। ਆਜੋ ਅੱਗੇ ਦੀ ਭਾਈ ਬੈਠੋ 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 ਆਜੋ ਆਜੋ ਕਾਕੇ ਆਜੋ। ਇੱਕ ਦੋ ਫੋਟੋਆਂ ਜਿਹੜੀਆਂ ਉਹ ਨਾਰੇ ਦੇ ਨਾਲ ਵੀ ਖਿਚਾਲੀਆਂ ਜਾਣ ਜੀ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਬੋਲੇ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਵੀਰਾਂ ਦਾ, ਗਾਹੇ ਬਗਾਹੇ ਤੋਂ ਆਇਆ, ਵੱਖ-ਵੱਖ ਨਗਰਾਂ ਤੋਂ ਆਏ ਵੀਰਾਂ ਦਾ, ਜਿਨ੍ਹਾਂ ਨੇ ਇਸ ਮੀਟਿੰਗ ਦੇ ਅੰਦਰ ਹਿੱਸਾ ਲਿਆ ਔਰ ਇਸ ਮੀਟਿੰਗ ਨੂੰ ਪ੍ਰਭਾਵਸ਼ਾਲੀ ਬਣਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।